ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਪੰਜਵਾ। ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸਾਜਨੜਾ ਮੇਰਾ ਸਾਜਨੜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਾਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਪੰਜਵਾ। ਰਾਮ ਕਲੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਕਾਵ ਅਤੇ ਸੰਗੀਤ ਦੇ ਵਿੱਚ ਮਿਲੀ ਹੋਈ ਸ਼ੰਤਨਾਮੇ ਬਾਣੀ ਉਚਾਰਨ ਕਰ ਰਹੇ ਹਨ, ਜਿਹਦੇ ਵਿੱਚ ਇਕੱਲਾ ਕਾਵ ਹੋਵੇ ਪਰ ਸੰਗੀਤ ਨਾ ਹੋਵੇ ਉਹਨੂੰ ਛੰਦ ਕਹਿੰਦੇ ਨੇ। ਜਿਹਦੇ ਵਿੱਚ ਸੰਗੀਤ ਵੀ ਹੋਵੇ ਅਤੇ ਕਾਵ ਵੀ ਹੋਵੇ ਉਹਨੂੰ ਛੰਦ ਕਹਿੰਦੇ ਹਨ। ਛੰਦ ਨਾਮ ਜਸ ਦਾ ਵੀ ਹੈ। ਵਾਹਿਗੁਰੂ ਜੀ ਦੇ ਜਸ ਰੂਪ ਗੁਰਬਾਣੀ ਨੂੰ ਉਚਾਰਨ ਕਰ ਰਹੇ ਹਨ। ਇੱਕ ਅਦੁੱਤੀ ਪਰਮੇਸ਼ਰ ਹੈ, ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦਿ ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸਾਜਨੜਾ ਮੇਰਾ ਸਾਜਨੜਾ। ਜੋ ਮੇਰੇ ਮਨ ਦਾ ਵੀ ਸੱਜਣ ਹੈ ਤੇ ਤਨ ਦਾ ਵੀ ਸੱਜਣ ਹੈ, ਬਾਲਕ ਅਵਸਥਾ ਦਾ ਵੀ ਸੱਜਣ ਹੈ, ਜਵਾਨੀ ਦਾ ਵੀ ਸੱਜਣ ਹੈ, ਪਿੱਛੇ ਵੀ ਸੱਜਣ ਸੀ ਹੁਣ ਵੀ ਸੱਜਣ ਹੈ, ਮਾਤਾ ਦੇ ਗਰਭ ਦਾ ਵੀ ਉਹ ਸੱਜਣ ਸੀ ਅਤੇ ਬਾਲਕ ਅਵਸਥਾ ਤੋਂ ਲੈ ਕੇ ਜਵਾਨੀ ਤੱਕ ਵੀ ਉਹ ਸਾਡਾ ਪਿਆਰਾ ਸੱਜਣ ਹੈ। ਖਲੋਇੜਾ ਮੇਰਾ ਸਾਜਨੜਾ। ਇਉਂ ਬਾਣੀ ਦਾ ਵੀ ਸੱਜਣ ਹੈ। ਹਰ ਵਕਤ ਮਨ ਬਾਣੀ ਸਰੀਰ ਕਰਕੇ ਸਾਡੇ ਨੇੜੇ ਹੀ ਖੜਾ ਹੈ ਅਤੇ ਉਹ ਬਿਰਧ ਅਵਸਥਾ ਦਾ ਵੀ ਸੱਜਣ ਸਾਡੇ ਨੇੜੇ ਖੜਾ ਹੈ। ਸਾਡੇ ਕੋਲ ਹੀ ਉਹ ਹਾਜ਼ਰ ਨਾਜ਼ਰ ਹੈ। ਜਾਨੀੜਾ ਹਰ ਜਾਨੀੜਾ। ਉਹ ਹਰੀ ਪਰਮੇਸ਼ਰ ਹੈ, ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲਾ ਹੈ ਅਤੇ ਦ੍ਰਿਸ਼ਟਾ ਰੂਪ ਹੋ ਕੇ ਸਾਰਿਆਂ ਨੂੰ ਦੇਖ ਰਿਹਾ ਹੈ। ਉਹ ਸਾਨੂੰ ਵੀ ਦੇਖ ਰਿਹਾ ਹੈ। ਉਹ ਪਿਆਰੇ ਤੋਂ ਪਿਆਰਾ ਪਰਮੇਸ਼ਰ ਸਾਡੀ ਜਾਨ ਜਿੰਦ ਦਾ ਪਿਆਰਾ ਹੈ।
ਐਸਾ ਅਕਾਲ ਪੁਰਖ ਵਾਹਿਗੁਰੂ ਹੈ। ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਜਿਸ ਵਕਤ ਪੰਜ ਪਿਆਰੇ ਸਿੰਘ ਸ੍ਰੀ ਹੇਮਕੁੰਟ ਸਾਹਿਬ ਤੋਂ ਵਾਪਸ ਆ ਕੇ ਅਜੇ ਸੋਚ ਹੀ ਰਹੇ ਸਨ ਕਿ ਅਰਦਾਸ ਕੀਤੀ ਸੀ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਉੱਥੇ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਹੋਣ, ਪਰ ਦਰਸ਼ਨ ਤਾਂ ਹੋਏ ਕੋਈ ਨਹੀਂ। ਜਿਸ ਵਕਤ ਰੀਲ ਧਵਾਈ ਤਾਂ ਉਹਨਾਂ ਨੇ ਇਹ ਵੇਖਿਆ ਕਿ ਜਿਸ ਨਿਹੰਗ ਸਿੰਘ ਨੇ ਹੇਮਕੁੰਟ ਸਾਹਿਬ ਦੇ ਸਰੋਵਰ ਦੀਆਂ ਪਰਿਕਰਮਾ ਕਰਵਾਈਆਂ ਸਨ, ਉਹ ਨਿਹੰਗ ਸਿੰਘ ਦੀ ਫੋਟੋ ਕੈਮਰੇ ਦੇ ਵਿੱਚ ਆਈ ਹੋਈ ਨਹੀਂ। ਜਿਹੜੀ ਸਨੈਪ ਤਿਆਰ ਕੀਤੀ, ਸਾਰੀਆਂ ਫੋਟੋਆਂ ਵਿੱਚ ਸਭ ਸਿੰਘਾਂ ਦੀਆਂ ਫੋਟੋਆਂ, ਪਰ ਉਹ ਨਿਹੰਗ ਸਿੰਘ ਦੀ ਫੋਟੋ ਹੈ ਹੀ ਨਹੀਂ। ਤਾਂ ਇਸ ਲਈ ਜ਼ਰੂਰੀ ਨਹੀਂ ਕਿ ਉਹ ਮਹਾਰਾਜ ਆਪ ਦੇ ਅਸਲੀ ਸਰੂਪ ਦੇ ਵਿੱਚ ਦਰਸ਼ਨ ਦੇਵੇ, ਉਹ ਕਿਸੇ ਰੂਪ ਦੇ ਵਿੱਚ ਵੀ। ਜਿਵੇਂ ਭਾਈ ਨੰਦ ਲਾਲ ਜੀ ਦੇ ਲੰਗਰ ਦੀ ਪਰਖ ਕਰਨ ਵੇਲੇ ਇੱਕ ਗਰੀਬ ਸਿੱਖ ਦਾ ਰੂਪ ਬਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਚਲਾ ਗਿਆ ਸੀ, ਅਤੇ ਅਗਲੇ ਦਿਨ ਭਰੇ ਦੀਵਾਨ ਦੇ ਵਿੱਚ ਗੁਰੂ ਜੀ ਮਹਾਰਾਜ ਨੇ ਐਲਾਨ ਕੀਤਾ ਕਿ ਤੁਸੀਂ ਕਹਿੰਦੇ ਹੋ ਅਸੀਂ ਇੰਨੇ ਲੰਗਰ ਚਲਾਉਂਦੇ ਹਾਂ, ਸਾਨੂੰ ਤਾਂ ਕਿਸੇ ਲੰਗਰ ਵਿੱਚੋਂ ਕੁਛ ਵੀ ਨਹੀਂ ਮਿਲਿਆ। ਇੱਕ ਭਾਈ ਨੰਦ ਲਾਲ ਜੀ ਲੰਗਰ ਵਿੱਚੋਂ ਪਾਸ ਹੋਏ, ਜਿਨ੍ਹਾਂ ਦੇ ਕੋਲੋਂ ਗੁੱਝਾ ਆਟਾ ਅਤੇ ਅੱਧ ਭੁੰਨੀ ਦਾਲ ਸਾਨੂੰ ਪ੍ਰਾਪਤ ਹੋਈ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਨੇੜੇ ਹਨ ਅਤੇ ਸਾਡੇ ਦਿਲਾਂ ਦੀਆਂ ਗੱਲਾਂ ਨੂੰ ਜਾਣਦੇ ਨੇ। ਉਹ ਵਾਹਿਗੁਰੂ ਬਾਬਤ ਦੱਸ ਰਹੇ ਹਨ। ਜਾਨੀੜਾ ਹਰ ਜਾਨੀੜਾ, ਜੋ ਪਰਮੇਸ਼ਰ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲਾ ਹੈ। ਨੈਣ ਲੋਇੜਾ ਹਰ ਜਾਨੀੜਾ, ਅਤੇ ਨੈਣ ਦ੍ਰਿਸ਼ਟਾ ਰੂਪ ਹੋ ਕੇ ਸਾਰਿਆਂ ਨੂੰ ਅਲੋਇੜਾ ਦੇਖ ਰਿਹਾ ਹੈ। ਉਹ ਸਾਨੂੰ ਵੀ ਦੇਖ ਰਿਹਾ ਹੈ ਕਿ ਆਪਾਂ ਕਥਾ ਕਰ ਰਹੇ ਹਾਂ, ਅਸੀਂ ਬੈਠ ਕੇ ਸੁਣ ਰਹੇ ਹਾਂ, ਕਿਹੜਾ ਕਿੱਥੇ ਕੀ ਕਰ ਰਿਹਾ ਹੈ। ਉਹ ਪਿਆਰੇ ਤੋਂ ਪਿਆਰਾ ਹਰੀ ਪਰਮੇਸ਼ਰ ਸਾਡੀ ਜਿੰਦ ਜਾਣ ਦਾ ਪਿਆਰਾ ਹੈ। ਨੈਣ ਲੋਇਆ ਘਟ ਘਟ ਸੋਇਆ, ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਸੱਜੇ ਖੱਬੇ ਮਨਮੁੱਧ ਰੂਪ, ਸੁਰਤੀ ਸਿਮਰਤੀ ਰੂਪ, ਵੈਰਾਗ ਵਿਵੇਕ ਰੂਪ, ਪਰੋਖ ਅਪਰੋਖ ਗਿਆਨ ਰੂਪ ਨੇਤਰਾਂ ਦੇ ਨਾਲ ਅਸਾਂ ਨੇ ਵੇਖਣਾ ਕੀਤਾ ਹੈ। ਕਿਹੜਾ ਕਹਿੰਦਾ ਹੈ ਪਰਮਾਤਮਾ ਨਹੀਂ ਦਿਖਦਾ, ਆਪਾਂ ਨੇ ਅੱਖਾਂ ਦੇ ਨਾਲ ਉਹਦੇ ਦਰਸ਼ਨ ਕੀਤੇ ਹਨ, ਜੋ ਸਾਰਿਆਂ ਘਟਾ ਘਟਾਂ ਦੇ ਵਿੱਚ ਬਿਰਾਜਮਾਨ ਹੈ ਜਾਂ ਸ਼ੋਭਨੀਕ ਹੋ ਰਿਹਾ ਹੈ। ਆਤ ਅੰਮ੍ਰਿਤ ਪ੍ਰਭੂੜਾ, ਅਤੀ ਅਤੀ ਅੰਤ ਅੰਮ੍ਰਿਤ ਪਾ ਬ੍ਰਹਮਾਨੰਦ ਰੂਪ ਅਤੇ ਪਿਆਰਾ ਗਾੜਾ ਆਨੰਦ ਦੇਣ ਵਾਲਾ ਹੈ। ਜਾਂ ਪਿਆਰਾ ਪਰਮੇਸ਼ਰ ਅਤਿਅੰਤ ਮੋਖ ਰੂਪ, ਪ੍ਰੇਮ ਰਸ ਰੂਪ, ਅੰਮ੍ਰਿਤ ਵਾਲਾ ਅਤੇ ਗੋਹਜ ਗੁਪਤ ਕੋ ਗੁਪਤ ਹੈ ਕਿ ਗੈਬੁਲ ਗੈਬ ਹੈ। ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨ ਬੁਝੈ ਗਵਾਰੀ। ਨਾਲ ਮਲੰਦਾ ਲੈ ਨਾ ਸਤੰਦਾ, ਉਹ ਪਰਮੇਸ਼ਰ ਹਰ ਵਕਤ ਜੀਵ ਦੇ ਨਾਲ ਹੀ ਹੁੰਦਾ ਹੈ। ਪਿੱਛੇ ਵੀ ਸੀਗਾ, ਹੁਣ ਵੀ ਹੈ ਅਤੇ ਅੱਗੇ ਨੂੰ ਵੀ ਹੋਵੇਗਾ। ਜੇ ਨਾਲ ਨਾ ਹੁੰਦਾ ਤਾਂ ਪ੍ਰਹਿਲਾਦ ਭਗਤ ਨੂੰ ਹਰਨਾਕਸ਼ ਨੇ ਮਾਰ ਸੁੱਟਿਆ ਸੀਗਾ। ਜਲ ਅਗਨੀ ਵਿੱਚ ਘੱਤਿਆ, ਜਲੇ ਨਾ ਡੂਬੈ ਗੁਰ ਪ੍ਰਸਾਦ। ਪਰ ਗੁਰੂ ਦੀ ਇਹੋ ਜਿਹੀ ਕਿਰਪਾ ਹੋਈ
ਕਿ ਨਾ ਤੇ ਉਹਨੂੰ ਪਾਣੀ ਨੇ ਡੋਬਿਆ, ਨਾ ਹੀ ਅੱਗ ਨੇ ਸਾੜਿਆ। ਹੰਭ ਕੇ ਤੱਤੇ ਥੰਮ ਨਾਲ ਜੱਫਾ ਵੀ ਪਵਾਤਾ, ਫਿਰ ਵੀ ਯਕੀਨ ਨਹੀਂ ਆਇਆ। ਕਿਰਪਾਨ ਵੱਟ ਕੇ ਮਾਰੀ ਥੰਮੇ ਨਾਲ, ਇੰਨਾ ਭਿਆਨਕ ਖੜਕਾ ਹੋਇਆ। ਕਹਿੰਦਾ ਦੱਸ ਓਏ ਤੇਰਾ ਰੱਬ ਕਿੱਥੇ ਹੈ, ਮੈਂ ਤੈਨੂੰ ਹੁਣੇ ਤਲਵਾਰ ਨਾਲ ਝਟਕਾ ਦਿਆਂਗਾ। ਜਦ ਤਲਵਾਰ ਮਾਰਨ ਲੱਗਾ ਤੇ ਕਹਿਣ ਲੱਗਾ ਪ੍ਰਹਿਲਾਦ, ਹੇ ਪਿਤਾ ਜੀ ਉਹ ਇੱਥੇ ਹੀ ਤਾਂ ਹੈ, ਆ ਵੇਖੋ ਥੰਮੇ ਦੇ ਵਿੱਚ ਵੀ ਹੈ, ਤਾਈਓ ਤਾਂ ਮੈਨੂੰ ਕੁਛ ਹੋਇਆ ਨਹੀਂ। ਜਿਸ ਵਕਤ ਕਹਿੰਦਾ ਕਿ ਮੈਨੂੰ ਵੀ ਦਿਖਾ ਜੇ ਥੰਮੇ ਵਿੱਚ ਹੈ, ਕਿਰਪਾਨ ਦਾ ਖੜਕਾ ਜਦ ਕੀਤਾ ਤੇ ਉਸੇ ਵਕਤ ਹੀ ਥੰਮ ਪਾੜ ਗਿਆ। ਹਰਨਾਕਸ਼ ਦੀ ਇਹ ਭਾਵਨਾ ਸੀ ਕਿ ਜੇ ਥੰਮੇ ਵਿੱਚ ਹੈ ਤੇ ਮੈਨੂੰ ਦਰਸ਼ਨ ਦੇਵੇ। ਤਾਂ ਮਹਾਰਾਜ ਨੇ ਥੰਮਲੇ ਦੇ ਵਿੱਚੋਂ ਹੀ ਪ੍ਰਗਟ ਹੋ ਕੇ ਥੰਮ ਪਾੜ ਹਰ ਪ੍ਰਗਟਿਆ, ਨਰਸਿੰਘ ਰੂਪ ਅਨੂਪ ਜੁਗਾਦ। ਨਰਸਿੰਘ ਭਗਵਾਨ ਦੇ ਰੂਪ ਦੇ ਵਿੱਚ ਹਰਨਾਕਸ਼ ਨੂੰ ਦਰਸ਼ਨ ਦਿੱਤੇ, ਜੋ ਪੁਰਾਣੇ ਜਨਮ ਦਾ ਲੈਣ ਦੇਣ ਸੀ ਪੂਰਾ ਕੀਤਾ। ਫਿਰ 12 ਵਾਰ ਉਹਦੇ ਪੂਰੇ ਕਰਕੇ ਪੱਟਾਂ 'ਤੇ ਲਟਾ ਕੇ ਉਹਦੀ ਮੁਕਤੀ ਕਰ ਦਿੱਤੀ। ਜੇ ਸ਼ਿਵ ਜੀ ਦੇ ਮੰਦਰ ਦੇ ਵਿੱਚ ਭਗਵਾਨ ਸੀ ਤੇ ਤਾਂ ਹੀ ਰੋਂਦੇ ਹੋਏ ਨਾਮਦੇਵ ਨੂੰ ਫੇਰ ਦਿਆ ਦੇਵਰਾ ਨਾਮੇ ਕੋ ਪੰਡਿਯਨ ਕੋ ਪਿਛਵਾਰਲਾ, ਮੋਢਾ ਲਾ ਕੇ ਤੇ ਮੰਦਰ ਘੁਮਾ ਕੇ ਮੰਦਰ ਦਾ ਮੂੰਹ ਨਾਮਦੇਵ ਦੇ ਵੱਲ ਕਰਕੇ ਤੇ ਆਖਿਆ, ਇਹ ਭਗਤ ਜੀ ਤੂੰ ਰੋਂਦਾ ਕਿਉਂ ਹੈ, ਆ ਕੌਣ ਤੈਨੂੰ ਆਰਤੀ ਨਹੀਂ ਕਰਨ ਦਿੰਦਾ। ਸੋ ਪ੍ਰਗਟ ਹੋ ਕੇ ਸਾਧ ਸੰਗਤ ਜੀ ਉਹ ਨਾਮਦੇਵ ਨੂੰ ਚੁੱਪ ਕਰਾਇਆ। ਅਜੇ ਵੀ ਉੱਥੋਂ ਦੇ ਪਾਂਡਿਆਂ ਦੇ ਛੋਟੇ ਛੋਟੇ ਬੱਚੇ ਵੀ ਉਹ ਦਿਖਾਉਂਦੇ ਨੇ ਵੀ ਆ ਜੋ ਅਸਥਾਨ ਹੈ ਇਹ ਭਗਤ ਨਾਮਦੇਵ ਜੀ ਦਾ ਹੈ, ਅਤੇ ਮੰਦਰ ਦੀਆਂ ਨੀਹਾਂ ਨਹੀਂ ਹਨ, ਉੱਤੋਂ ਦੀ ਘੁੰਮਿਆ ਹੋਇਆ ਹੈ। ਉਹਦਾ ਮੂੰਹ ਜਿਵੇਂ ਬਾਣੀ ਵਿੱਚ ਲਿਖਿਆ ਹੋਇਆ ਕਿ ਪੱਛਮ ਅੱਲੇ ਮੁਕਾਮਾ, ਮੁਸਲਮਾਨ ਮਸੀਤ ਦਾ ਮੂੰਹ ਪੱਛੋਂ ਵੱਲ ਰੱਖਦੇ ਨੇ ਅਤੇ ਪੱਛੋਂ ਵਾਲੀ ਮੂੰਹ ਕਰਕੇ ਨਮਾਜ਼ ਪੜ੍ਹਦੇ ਨੇ, ਅਤੇ ਦੱਖਣ ਦੇ ਹਰੀਕਾ ਬਾਸਾ ਹਿੰਦੂ ਲੋਕ ਮੰਦਰਾਂ ਨੂੰ ਉਹਨਾਂ ਦਾ ਮੂੰਹ ਦੱਖਣ ਵਾਲੇ ਪਾਸੇ ਰੱਖਦੇ, ਪਰ ਉਹ ਸ਼ਿਵ ਜੀ ਦੇ ਮੰਦਰ ਦਾ ਮੂੰਹ ਉਲਟੇ ਪਾਸੇ ਹੈ। ਜਿੱਥੇ ਉਹ ਮੰਦਰ ਘੁਮਾਇਆ ਸੀਗਾ ਉੱਥੋਂ ਦੇ ਵਸਨੀਕ ਵੀ ਇਹ ਗੱਲ ਦੱਸਦੇ ਹਨ। ਛੋਟੀ ਉਮਰ ਦੇ ਵਿੱਚ ਜਦ ਨਾਨਾ ਡਿਊਟੀ ਲਾ ਕੇ ਚਲਾ ਗਿਆ ਕਿ ਦੁੱਧ ਪਿਆਉਣਾ ਹੈ, ਤਾਂ ਕਪਲ ਗਾਏ ਨਾਮੇ ਦੁਹਿਆਨੀ, ਮੂਰਤੀ ਭਾਵੇਂ ਪੱਥਰ ਦੀ ਸੀਗੀ, ਉਹਦੇ ਭਾਣੇ ਵੀ ਨਾਨਾ ਰੋਜ਼ ਮੂਰਤੀ ਨੂੰ ਭਗਵਾਨ ਨੂੰ ਦੁੱਧ ਪਿਲਾਉਂਦਾ ਹੈ। ਭੋਲੇ ਭਾਈ ਮਿਲੇ ਰਗੜਾਇਆ, ਕਪਲਾ ਗਾਂ ਚੋ ਕੇ ਮੂਰਤੀ ਦੇ ਅੱਗੇ ਰੱਖ ਕੇ ਕਹਿਣ ਲੱਗਾ, ਹੇ ਭਗਵਾਨ ਜੀ दूध पियो गोबिंदे राए, दूध पियो मेरो मन पति आए, ना ही ਤਾਂ ਘਰ ਕੋ ਬਾਪ ਰਸਾਏ। ਘਰ ਦਾ ਪਿਓ ਮਤਲਬ ਨਾਨਾ ਨਾਨਕੇ ਰਹਿੰਦੇ ਸੀ, ਉਹ ਗੁੱਸੇ ਹੋ ਜਾਏਗਾ ਕਿਉਂਕਿ ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸਿਧਾਇਆ, ਉਹ ਕਿਤੇ ਕੰਮ ਗਿਆ ਹੋਇਆ, ਮੇਰੀ ਉਹਨੇ ਡਿਊਟੀ ਲਾਈ ਹੈ, ਜੇ ਮੈਂ ਤੁਹਾਨੂੰ ਦੁੱਧ ਨਾ ਪਿਆਇਆ, ਤੁਸੀਂ ਮੇਰੇ ਕੋਲ ਦੁੱਧ ਨਾ ਪੀਤਾ, ਉਹਨੇ ਮੈਨੂੰ ਗੁੱਸੇ ਹੋਣਾ। ਉਹ ਸਾਰੀ ਦਿਹਾੜੀ ਦੁੱਧ ਲਾ ਕੇ ਬੈਠਾ ਰਿਹਾ। ਫਿਰ ਆਖਰ ਮਹਾਰਾਜ ਨੇ ਪੀਤਾ, ਫਿਰ ਬਾਂਹ ਫੜ ਲਈ, ਕਹਿੰਦਾ ਵੀ ਉਹ ਨਾਨਾ ਤਾਂ ਆਪ ਵੀ ਪੀਂਦਾ ਹੁੰਦਾ ਸੀ, ਤੁਸੀਂ ਸਾਰਾ ਹੀ ਪੀ ਚੱਲੇ, ਮੈਂ ਇੰਨੇ ਚਿਰ ਦਾ ਭੁੱਖਾ ਬੈਠਾ, ਵੀ ਮੈਨੂੰ ਵੀ ਕੁਛ ਦਿਓ ਸੀਤ ਪ੍ਰਸ਼ਾਦ ਆਪਣਾ। ਉਹ ਤਾਂ ਸੀਤ ਪ੍ਰਸ਼ਾਦ ਛਕਦਾ ਹੁੰਦਾ ਸੀ, ਹੁਣ ਉਹਨੂੰ ਕੀ ਪਤਾ ਵੀ ਉਹ ਸਾਰਾ ਆਪ ਹੀ ਗੜਗੜ ਪੀ ਜਾਂਦਾ। ਕਹਿੰਦੇ ਲੈ ਭਗਤਾ, ਮਹਾਰਾਜ ਦਾ ਸੀਤ ਪ੍ਰਸ਼ਾਦ ਛੋਟੀ ਜਿਹੀ ਉਮਰ 'ਚ ਹੀ ਨਾਮਦੇਵ ਨੇ ਵੇਖੋ ਦੁੱਧ ਦਾ ਛਕਿਆ। ਉਹ ਤੋਂ ਬਾਅਦ ਇਹੋ ਜਿਹਾ ਨਿਸ਼ਚਾ ਬੱਝਾ। ਭਗਤਮਾਲ ਗ੍ਰੰਥ ਵਿੱਚ ਲਿਖਿਆ ਹੈ ਕਿ ਨਾਮਦੇਵ ਨੂੰ 72 ਵਾਰ ਵਾਹਿਗੁਰੂ ਜੀ ਦੇ ਦਰਸ਼ਨ ਹੋਏ, ਪਰ ਬਾਣੀ ਵਿੱਚ ਤਾਂ ਇਹ ਲਿਖਿਆ ਹੈ, ਆਉਂਦਾ ਨਾ ਨਾਲ ਹੋ ਬੰਦਾ ਲਹਿ ਨਾ ਸਕੰਦਾ। ਇਹਦੀ ਆਪਾਂ ਅਰਥ ਕਰ ਰਹੇ ਹਾਂ, ਪੰਕਤੀ ਵਿਚਾਰ ਅਧੀਨ ਹੈ ਕਿ ਉਹ ਵਾਹਿਗੁਰੂ ਹਮੇਸ਼ਾ ਹੀ ਸਾਡੇ ਨਾਲ ਹੈ, ਪਰ ਅਸੀਂ ਗਿਆਨ ਵਾਸਤੇ ਉਹਨੂੰ ਜਾਣ ਨਹੀਂ ਸਕਦੇ। ਨਾਮਦੇਵ ਦੀਆਂ ਅੱਖਾਂ ਖੁੱਲੀਆਂ ਅਤੇ ਬਾਣੀ ਵਿੱਚ ਦਰਜ ਹੈ
ਕਿ ਨਾਮਦੇਵ ਹਰਿ ਜੀਓ ਵਸੈ ਸੰਗ। ਭਗਤ ਨਾਮਦੇਵ ਜੀ ਦੇ ਨਾਲ ਹੀ ਵਾਹਿਗੁਰੂ ਜੀ ਵਸਦਾ ਸੀ। ਕਬੀਰ ਸਾਹਿਬ ਜੀ ਨੂੰ ਵੀ ਵੇਖੋ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਜਾਂ ਸਿਕੰਦਰ ਬਾਦਸ਼ਾਹ ਨੇ ਬ੍ਰਾਹਮਣ ਅਤੇ ਮੁਲਾਣਿਆਂ ਦੇ ਕਹਿਣ ਤੋਂ ਗੰਗਾ ਦੀਆਂ ਡੂੰਘੀਆਂ ਲਹਿਰਾਂ ਵਿੱਚ ਸੰਗਲ ਬਣ ਕੇ ਸੁੱਟਿਆ ਗਿਆ, ਤਾਂ ਉਸ ਵਕਤ ਵਾਹਿਗੁਰੂ ਤੇ ਨਿਸ਼ਚਾ ਹੋਣ ਕਰਕੇ ਮਹਾਰਾਜ ਨੇ ਆਪਦੇ ਹੱਥਾਂ ਨਾਲ ਬੋਝ ਕੇ ਉਹਦੇ ਸੰਗਲ ਸੰਗਲ ਲਾ ਕੇ ਉਹ ਮਾਰੇ, ਤੇ ਮਿਰਗਸ਼ਾਲਾ ਪਰ ਬੈਠੇ ਕਬੀਰ ਮਿਰਗਸ਼ਾਲਾ ਵਿਛਾ ਕੇ ਫੜ ਕੇ ਉਹਦੇ 'ਤੇ ਬਿਠਾਤਾ। ਤਰਦੇ ਤਰਦੇ ਜਿੱਥੇ ਘਾਟ 'ਤੇ ਇਸ਼ਨਾਨ ਕਰਨ ਆਉਂਦੇ ਸਨ, ਉੱਥੇ ਘਾਟ 'ਤੇ ਲੱਗ ਗਏ, ਸਤਿਨਾਮ ਵਾਹਿਗੁਰੂ ਕਰਦੇ ਮੋਢੇ 'ਤੇ ਪਰਨਾ ਪਾ ਕੇ ਤੇ ਆਪਦੇ ਘਰ ਨੂੰ ਆ ਗਏ। ਵਾਹਿਗੁਰੂ ਸੀ ਤੇ ਤਾਂ ਹੀ ਕਬੀਰ ਸਾਹਿਬ ਜੀ ਦੀ ਰੱਖਿਆ ਹੋਈ। ਉਂਝ ਕੌਣ ਰੱਖਿਆ ਕਰਦਾ ਜੀ ਦੱਸੋ? ਸ਼ਾਮ ਦੀ ਕਥਾ ਦੇ ਵਿੱਚ ਬਾਲਾ ਰਾਓ ਤੇ ਰੁਸਤਮ ਰਾਓ ਦੀ ਸਾਖੀ ਆਈ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਦੇ ਸੱਚਖੰਡ ਜਾਣ ਤੋਂ 40 ਸਾਲ ਬਾਅਦ ਬਾਲਾ ਰਾਓ ਤੇ ਰੁਸਤਮ ਰਾਓ ਨੂੰ ਆਪਦੇ ਘੋੜੇ ਦੀਆਂ ਰਕਾਬਾਂ ਪਕੜਾ ਕੇ, ਜੋ ਸਤਾਰੇ ਸ਼ਹਿਰ ਦੇ ਵਿੱਚ ਕਿਲ੍ਹਾ ਸੀਗਾ ਜਿੱਥੇ ਸੂਰਜ ਦਿਖਾਈ ਨਹੀਂ ਸੀ ਦਿੰਦਾ, ਉਮਰ ਕੈਦੀ ਇਹ ਰਾਜਪੂਤ ਰਾਜਿਆਂ ਨੂੰ, ਸਾਧ ਸੰਗਤ ਜੀਓ, ਜਿਹੜੇ ਗੁਰੂ ਜੀ ਮਹਾਰਾਜ ਨੂੰ ਜਾਣਦੇ ਤੱਕ ਨਹੀਂ ਸਨ, ਉਹਨਾਂ ਹਿੰਦੂ ਰਾਜਪੂਤ ਰਾਜਿਆਂ ਦੀ ਘੋੜੇ ਦੀਆਂ ਰਕਾਬਾਂ ਪਕੜਾ ਕੇ ਗੁਰੂ ਜੀ ਮਹਾਰਾਜ ਨੇ ਪੂਰਨੇ ਸਤਾਰੇ ਦੇ ਕਿਲ੍ਹੇ ਵਿੱਚੋਂ ਹੈਲੀਕਾਪਟਰ ਦੀ ਤਰ੍ਹਾਂ ਉੱਪਰ ਨੂੰ ਉਡਾ ਕੇ ਬਾਹਰ ਕੱਢ ਕੇ, ਤੇ ਮਨਮਾਰ ਜਿੱਥੇ ਗੁਰਦੁਆਰਾ ਸਾਹਿਬ ਰੇਲਵੇ ਸਟੇਸ਼ਨ ਵੀ ਹੈ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ, ਉੱਥੇ ਪਹਾੜੀ ਦੇ ਉੱਪਰ ਉਤਾਰਿਆ। ਆਖਿਆ ਕਿ ਇਸ ਸਰਗੁਣ ਰੂਪ ਦੇ ਦਰਸ਼ਨਾਂ ਦੀ ਅੱਜ ਤੋਂ ਬਾਅਦ ਖਿੱਚ ਨਹੀਂ ਕਰਨੀ, ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਇਹ ਸਾਡਾ ਅਸਲੀ ਰੂਪ ਨਹੀਂ ਹੈ। ਕਹਿੰਦੇ ਜੀ ਫਿਰ ਸਾਨੂੰ ਫਿਰ ਕੋਈ ਫੜ ਲਿਆ ਕਿਸੇ ਨੇ, ਫਿਰ ਕੀ ਕਰਾਂਗੇ? ਤੇ ਮਹਾਰਾਜ ਕਹਿੰਦੇ ਹੁਣ ਤੁਹਾਡੀ ਹਵਾ ਵੱਲ ਵੀ ਕੋਈ ਨਹੀਂ ਵੇਖੇਗਾ, ਤੁਸੀਂ ਜਾਓ ਸਾਡੇ ਖਾਲਸੇ ਦੇ ਪੈਰ ਫੜੋ। ਸੱਚਖੰਡ ਹਜ਼ੂਰ ਸਾਹਿਬ ਸਾਡਾ ਖਾਲਸਾ ਬਿਰਾਜਮਾਨ ਹੈ, ਉਹਨਾਂ ਕੋਲੋਂ ਅਰਦਾਸ ਕਰਾਓ, ਉਹ ਤੁਹਾਡਾ ਰਾਜ ਭਾਗ ਕਾਇਮ ਕਰਨਗੇ। ਨਾਲੇ ਸਾਡਾ ਸੁਨੇਹਾ ਦਿਓ ਕਿ ਅਸੀਂ ਕਿਤੇ ਵੀ ਨਹੀਂ ਗਏ ਹੋਏ, ਅਸੀਂ ਹਾਜ਼ਰ ਹਜ਼ੂਰ हैं कि हाजिर हजूर हैं कि जाहिर जहूर हैं। हजूर ਸਾਹਿਬ ਨਾਮ ਹੀ ਤਾਂ ਹੈ ਕਿ ਮਹਾਰਾਜ ਉੱਥੇ ਹਾਜ਼ਰ ਨਾਜ਼ਰ ਹੈ, ਪ੍ਰਗਟ ਹੈ। ਫਿਰ ਉਹ ਤਖਤ ਸਾਹਿਬ ਦੇ ਉੱਪਰ ਗਏ, ਖਾਲਸੇ ਕੋਲੋਂ ਅਰਦਾਸ ਕਰਵਾਈ, ਅਤੇ ਜੋ ਮਾਤਾ ਭਾਗੋ ਜੀ ਸਨ ਉਹਨਾਂ ਨੂੰ ਆਪਦੀ ਮਾਂ ਬਣਾ ਕੇ ਆਖਿਆ ਚਲੋ ਮਾਤਾ ਜੀ ਅਸੀਂ ਤੁਹਾਡੀ ਸੇਵਾ ਕਰਾਂਗੇ, ਨਾਲੇ ਸਾਨੂੰ ਕਥਾ ਸੁਣਾਇਓ, ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਖੀਆਂ ਸੁਣਾਇਓ, ਅਤੇ ਨਾਲੇ ਭਜਨ ਬੰਦਗੀ ਗੁਰਬਾਣੀ ਦਾ ਪਾਠ ਸੁਣਾਇਓ, ਕਿਉਂਕਿ ਬਾਣੀ ਸੁਣਨ ਦੇ ਆਦੀ ਹੋ ਗਏ ਸਨ। ਪਹਿਰੇਦਾਰ ਸਿੰਘ ਕੋਲੋਂ ਡੇਲੀ ਸੁਖਮਨੀ ਸਾਹਿਬ ਸੁਣਦੇ ਰਹੇ, ਤਾਈਓ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਧਾ ਬੱਝੀ। ਸਤਿਗੁਰ ਸਿੱਖ ਕੀ ਬੰਧਨ ਘਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਜੇ ਗੁਰੂ ਦਾ ਸਿੱਖ ਵਿਕਾਰਾਂ ਤੋਂ ਹਟ ਜਾਏ, ਅਸੀਂ ਵਿਕਾਰ ਨਹੀਂ ਛੱਡਦੇ, ਨਾ ਤਾਂ ਕਾਮ ਛੱਡਦੇ ਹਾਂ, ਨਾ ਕ੍ਰੋਧ ਛੱਡਦੇ ਹਾਂ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਨਾ ਲਾਲਚ ਛੱਡਦੇ ਹਾਂ, ਤਾਂ ਹੀ ਸਾਡਾ ਕੁਛ ਬਣਦਾ ਨਹੀਂ। ਉਸ ਤਰ੍ਹਾਂ ਦੀ ਅਵਸਥਾ ਸਗੋਂ ਨਿਗਰਦੀ ਜਾਂਦੀ ਹੈ, ਤਾਂ ਨੂੰ ਜਾਣ ਦੀ ਬਜਾਏ ਮੱਤ ਗੱਟੀਆਂ ਵਿੱਚ ਵੜਦੀ ਜਾਂਦੀ ਹੈ। ਤੇ ਇਸ ਲਈ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁਟੀ। ਫਲਾਣਾ ਮਾੜਾ ਫਲਾਣਾ ਚੰਗਾ, ਜਿਹਦੇ ਨਾਲ ਸਾਡੀ ਨਹੀਂ ਬਣੀ ਉਹ ਸਾਡੇ ਲਈ ਮਾੜਾ, ਜਿਹਦੇ ਨਾਲ ਬਣ ਗਈ, ਜਿਹਨੇ ਸਾਨੂੰ ਪੈਸੇ ਦੇ ਦਿੱਤੇ, ਉਹ ਸਾਡੇ ਲਈ ਬਹੁਤ ਚੰਗਾ ਹੈ। ਇਸ ਤਰ੍ਹਾਂ ਨਿੰਦਿਆ ਚੁਗਲੀ ਦੇ ਵਿੱਚ ਅਸੀਂ ਆਪਦੀ ਪੜ੍ਹੀ ਹੋਈ ਬਾਣੀ ਸਾਧ ਸੰਗਤ ਜੀ ਉਹ ਫਲ ਖਤਮ ਕਰ ਦਿੰਦੇ ਆ। ਇਸ ਲਈ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਹੈ। ਪਰ ਨਿੰਦਾ ਮੁਕਤੇ ਨਹੀਂ ਛੁੱਟੀ, ਨਿਫਲ ਭਈ ਸਭ ਸੇਵਾ। ਸੇਵਾ ਦਾ ਫਲ ਵੀ ਖਤਮ ਹੋ ਜਾਂਦਾ ਨਿੰਦਿਆ ਕਰਨ ਦੇ ਨਾਲ। ਤੋ ਜੇ ਵਿਕਾਰ ਤੋਂ ਹਟ ਜਾਏ ਗੁਰੂ ਦਾ ਸਿੱਖ, ਤੇ ਆਪੇ ਹੀ ਸਤਿਗੁਰੂ ਸਿੱਖ ਦੇ ਬੰਧਨ ਕੱਟ ਦੇਵੇ। ਪ੍ਰਤੱਖ ਵੀ ਮੋਹ ਮਾਇਆ ਦੇ ਵੀ ਇਉਂ ਬੜੇ ਪਿਆਰ ਪ੍ਰੇਮੀ ਬਣ ਗਏ ਸਨ ਇਹ ਸੇਵਾ ਸਿਮਰਨ ਦੇ। ਮਾਤਾ ਭਾਗੋ ਜੀ ਨੂੰ ਆਪਦੇ ਨਾਲ
ਜਨਵਾੜਾ ਸ਼ਹਿਰ ਵਿਖੇ ਲੈ ਕੇ ਗਏ ਅਤੇ ਮਾਤਾ ਜੀ ਰਾਤ ਨੂੰ ਉਹਨਾਂ ਦੇ ਕਿਲ੍ਹੇ ਦੇ ਵਿੱਚ ਜੋ ਸੋਹਣੇ ਮਹੱਲਾ 'ਚ ਆਸਣ ਕਰਾਇਆ ਉੱਥੇ ਬਿਰਾਜਮਾਨ ਹੁੰਦੇ ਅਤੇ ਦਿਨ ਚੜ੍ਹੇ ਜਿੱਥੇ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਹੈ ਉੱਥੇ ਆ ਜਾਂਦੇ, ਇਸ਼ਨਾਨ ਪਾਣ ਕਰਕੇ ਸਰੋਵਰ ਦੇ ਕੰਢੇ 'ਤੇ ਵਿਚਰਦੇ ਰਹਿੰਦੇ, ਬੰਦਗੀ ਕਰਦੇ ਰਹਿੰਦੇ। ਇਉਂ ਉੱਥੇ ਸਾਰੇ ਬਿਦਰ ਸ਼ਹਿਰ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਅਤੇ ਉੱਥੇ ਜਨਵਾੜੇ ਮਾਤਾ ਜੀ ਦਾ ਸਥਾਨ ਬਣਿਆ ਹੋਇਆ, ਉੱਥੇ ਹੀ ਸੱਚਖੰਡ ਗਮਨੋਂ ਕੀਤਾ। ਇਹ ਬਕਾਇਦਾ ਸਾਡਾ ਇਤਿਹਾਸ ਹੈ, ਕੋਈ ਮਨ ਘੜਤ ਸਾਖੀ ਨਹੀਂ ਹੈ। ਜਨਵਾੜੇ ਵੀ ਗੁਰਦੁਆਰਾ ਸਾਹਿਬ ਹੈ ਉਹਨਾਂ ਦੇ ਕਿਲ੍ਹੇ ਵਿੱਚ, ਅਤੇ ਮਨਮਾੜ ਵੀ ਗੁਰਦੁਆਰਾ ਸਾਹਿਬ ਹੈ। ਜੇ ਗੁਰੂ ਗੋਬਿੰਦ ਸਿੰਘ ਸਾਹਿਬ 40 ਸਾਲ ਸੱਚਖੰਡ ਜਾਣ ਤੋਂ ਬਾਅਦ ਉਹਨਾਂ ਰਾਜਪੂਤ ਰਾਜਿਆਂ ਨੂੰ ਦਰਸ਼ਨ ਦੇ ਕੇ ਅਤੇ ਕਿਲ੍ਹੇ ਵਿੱਚੋਂ ਛਡਾ ਸਕਦਾ, ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਮਹਾਰਾਜ ਹਾਜ਼ਰ ਨਾਜ਼ਰ ਨਹੀਂ? ਜੇ ਹੈ ਤਾਂ ਦਿਖਾਓ। ਅਤੇ ਇਸ ਲਈ ਇਹ ਨਿਸ਼ਚੈ ਕਰਨਾ ਪਏਗਾ। ਸਾਹਿਬ ਫਰਮਾਉਂਦੇ ਹਨ, ਨਾਲ ਹੋਵੰਦਾ ਉਹ ਹਰ ਵਕਤ ਪਰਮੇਸ਼ਰ ਸਾਡੇ ਨਾਲ ਹੀ ਹੁੰਦਾ ਹੈ। ਪਿੱਛੇ ਵੀ ਸੀਗਾ, ਹੁਣ ਵੀ ਹੈ ਅਤੇ ਅੱਗੇ ਨੂੰ ਵੀ ਹੋਵੇਗਾ। ਲਹਿ ਨਾ ਸਕੰਦਾ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਸਾਨੂੰ ਦਿਖਦਾ ਕਿਉਂ ਨਹੀਂ? ਕਿਉਂਕਿ ਅਸੀਂ ਅਗਿਆਨੀ ਹਾਂ ਅਤੇ ਅਗਿਆਨ ਵਸ ਹੋ ਜਾਣ ਕਰਕੇ ਉਹ ਸਾਨੂੰ ਦਿਖਦਾ ਨਹੀਂ, ਅਸੀਂ ਉਹਨੂੰ ਦੇਖ ਨਹੀਂ ਸਕਦੇ। ਬੁੱਲਿਆ ਰੱਬ ਤੈਥੋਂ ਵੱਖ ਨਹੀਂ, ਪਰ ਤੇਰੀ ਵੇਖਣ ਵਾਲੀ ਅੱਖ ਨਹੀਂ। ਸੁਆਉ ਨਾ ਜਾਣੈ ਮੂੜਾ। ਫਿਰ ਦੂਜੀ ਗੱਲ, ਅਸੀਂ ਮੂਰਖ ਬਣੇ ਹੋਏ ਹਾਂ, ਵਿਕਾਰ ਜੋ ਭੋਗ ਰਹੇ ਹਾਂ। ਵਿਕਾਰੀ ਜੀਵ ਹੋਣ ਕਰਕੇ ਮੂਰਖ, ਉਹਦੇ ਨਾਮ ਦਾ ਸਵਾਦ ਜਾਣਿਆ ਹੀ ਨਹੀਂ। ਰਸਾਂ ਕਸਾਂ ਦੇ ਵਿੱਚ ਪਹਿਨਣ ਭੋਗਣ ਖਾਣ ਪੀਣ ਦੇ ਵਿੱਚ ਪਏ ਹੋਏ ਆ। ਰਸ ਸੋਏ ਨਾ, ਅੰਮ੍ਰਿਤਧਾਰੀ ਹੋ ਕੇ ਵੀ ਸੋਨੇ ਦੀ ਛਾਪ ਨਹੀਂ ਛੱਡੀ, ਕੜਾ ਨਹੀਂ ਸੋਨੇ ਦਾ ਪਾਉਣਾ ਛੱਡਿਆ, ਬਲਕਿ ਮਹਾਰਾਜ ਨੇ ਸੋਨੇ ਦਾ ਕੜਾ ਵਗਾਹ ਮਾਰਿਆ ਸੀ ਨਦੀ 'ਚ। ਕਮੇਟੀਆਂ ਪਾਉਣੀਆਂ ਸੁਨਿਆਰਿਆਂ ਕੋਲੋਂ, ਉਹਨਾਂ ਕਿਹੜਾ ਪੈਸੇ ਦੇਣੇ, ਉਹਨਾਂ ਕਹਿਣਾ ਸੋਨਾ ਲੈ ਲਓ। ਜੇ ਪਾਉਣਾ ਨਹੀਂ ਫਿਰ ਲੈਣਾ ਕਿਉਂ ਹੈ? ਤੋ ਇਸ ਲਈ ਰਸ ਸੋਇਨਾ, ਰਸ ਰੂਪਾ ਕਾਮਣ, ਚਾਂਦੀ ਦਾ ਰਸ ਹੈ। ਘਰ ਵਾਲੀ ਇਸਤਰੀ ਦਾ, ਬੇਗਾਨੀਆਂ ਇਸਤਰੀਆਂ ਦਾ ਰਸ, ਗੱਲਾਂ ਮਾਰੀ ਜਾਣੀਆਂ, ਸੁਣੀ ਜਾਣੀਆਂ, ਵੇਖੀ ਜਾਣਾ, ਇਹ ਵੀ ਤਾਂ ਇੱਕ ਰਸ ਹੀ ਹੈ। ਰਸ ਪਰਮਲ ਕੀ ਵਾਸ, ਸੁਗੰਧੀਆਂ ਲਾਉਣ ਦਾ ਰਸ ਹੈ। ਰਸ ਘੋੜੇ, ਪਿੱਛੇ ਘੋੜੇ ਹੁੰਦੇ ਸੀਗੇ, ਅੱਜ ਕੱਲ੍ਹ ਕਾਰਾਂ ਨੇ। ਕਾਰ ਤਾਂ ਕਾਰ ਹੀ ਹੈ, ਜ਼ਰੂਰੀ ਨਹੀਂ ਵੀ ਲਗਜ਼ਰੀ ਹੋਵੇ ਜਾਂ ਆਟੋਮੈਟਿਕ ਹੋਵੇ। ਬੰਦੇ ਨੇ ਸਫ਼ਰ ਤੈਅ ਕਰਨਾ ਹੈ, ਉਹ ਆਮ ਮਰੂਤੀ ਕਾਰ ਦੇ ਛੋਟੇ ਮੋਟੇ ਵਹੀਕਲ 'ਤੇ ਵੀ ਬੰਦਾ ਕਰ ਸਕਦਾ। ਅਤੇ ਕੰਪਨੀਆਂ ਨੂੰ ਸਾਡਾ ਭੇਤ ਆ ਗਿਆ ਵੀ ਕਿਵੇਂ ਇਹਨਾਂ ਲੋਕਾਂ ਨੂੰ ਲੁੱਟਣਾ ਹੈ। ਮਹਿੰਗੀਆਂ ਮਹਿੰਗੀਆਂ ਲਗਜ਼ਰੀ ਕਾਰਾਂ ਅਤੇ ਨਿੱਤ ਨਵੀਆਂ, ਸਾਲ ਬਾਅਦ ਹੀ ਮਾਡਲ ਬਦਲ ਕੇ, ਅਤੇ 50-50 ਲੱਖ ਅਤੇ ਕਰੋੜ ਮਰ। ਸਿਰਫ ਕਾਹਦਾ ਵੀ ਸ਼ੋਅ ਮੇਲਾ ਕਰਨਾ। ਇੰਝ ਗੱਡੀਆਂ ਮੋਟਰਾਂ ਦੇ ਉੱਪਰ ਚੜ੍ਹਨ ਦਾ ਰਸ, ਰਸ ਘੋੜਿਆਂ ਦਾ ਰਸ ਹੈ। ਰਸ ਸੇਜਾ ਮੰਦਰ, ਸੋਹਣੀਆਂ ਸੋਹਣੀਆਂ ਕੋਠੀਆਂ, ਸੋਹਣੇ ਸੋਹਣੇ ਮਕਾਨਾਂ ਦਾ ਰਸ ਹੈ। ਸੇਜਾ 'ਤੇ ਸੌਣ ਦਾ ਰਸ ਹੈ। ਰਸ ਮਿੱਠਾ ਖਾਣ ਦਾ ਰਸ ਹੈ। ਅਤੇ ਰਸ ਮਾਸ ਖਾਣ ਦਾ ਰਸ ਹੈ। ਤੋ ਇੰਝ ਆਪਦੀ ਜ਼ੁਬਾਨ ਨੂੰ ਨਹੀਂ ਰੋਕ ਸਕੇ, ਇੰਦਰੀ ਨੂੰ ਵਸ ਨਹੀਂ ਕਰ ਸਕੇ। ਤੋ ਇਸ ਵਾਸਤੇ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਰਸ ਨਹੀਂ ਜਾਣਿਆ ਤਾਂ ਫਿਰ ਉਹ ਵਾਹਿਗੁਰੂ ਦਿਖੇਗਾ ਕਿਵੇਂ? ਸੁਆਉ ਨਾ ਜਾਣੇ ਮੂੜਾ। ਇਹ ਮੂਰਖ ਵਿਸ਼ੇ ਰਸਾਂ ਦੇ ਖਾਣ ਪੀਣ ਦੇ ਸਵਾਦ ਵਿੱਚ ਤਾਂ ਪਿਆ ਹੋਇਆ ਅਤੇ ਪਰ ਨਾਮ ਦੇ ਸਵਾਦ ਨੂੰ ਜਾਣਦਾ ਨਹੀਂ ਹੈ। ਮਾਇਆ ਮਦ ਮਾਤਾ। ਵਾਹਿਗੁਰੂ ਦਿਖਦਾ ਕਿਉਂ ਨਹੀਂ ਹੈ? ਧੰਨੇ ਨੂੰ ਤਾਂ ਖੂਹ 'ਤੇ ਹੀ ਦਿਖ ਪਿਆ ਸੀਗਾ, ਪੱਥਰ ਦੇ ਵਿੱਚੋਂ ਹੀ ਦਿਖ ਪਿਆ ਸੀਗਾ। ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਕਿਉਂ ਨਹੀਂ ਦਿਖਦਾ? ਕਿਉਂਕਿ ਸਾਡਾ ਧਿਆਨ ਮਹਾਰਾਜ ਦੇ ਵਿੱਚ ਨਹੀਂ ਹੈ। ਕਦੀ ਮਹਾਰਾਜ ਨੂੰ ਪੜ੍ਹਿਆ ਹੀ ਨਹੀਂ, ਜੇ ਪੜ੍ਹਿਆ ਹੈ ਸੁਣਿਆ ਹੈ ਅਤੇ ਵਿਚਾਰਿਆ ਹੀ ਨਹੀਂ, ਅਤੇ ਕਦੀ ਜ਼ਿੰਦਗੀ ਗੁਰਬਾਣੀ ਮੁਤਾਬਕ ਢਾਲੀ ਹੋਈ ਨਹੀਂ। ਧਿਆਨ ਹੀ ਸਾਡਾ ਮਾਇਆ ਵਿੱਚ।
ਗੋਲਕ ਦੇ ਵਿੱਚ ਹੈ, ਪਦਾਰਥਾਂ ਦੇ ਵਿੱਚ ਹੈ, ਕੱਪੜੇ ਲੀੜੇ ਵਿੱਚ ਹੈ। ਸੋ ਮਾਇਆ ਮਦ ਮਾਤਾ, ਮਾਇਆ ਦੇ ਹੰਕਾਰ ਦੇ ਵਿੱਚ ਅਸੀਂ ਮਸਤੇ ਹੋਏ ਹਾਂ। ਜਿਵੇਂ ਸ਼ਰਾਬ ਪੀ ਕੇ ਸ਼ਰਾਬੀ ਬੰਦੇ ਨੂੰ ਕੋਈ ਸੁੱਝਦਾ ਨਹੀਂ, ਇਉਂ ਜੀਵ ਮਾਇਆ ਦੀ ਸ਼ਰਾਬ ਪੀ ਕੇ ਮਸਤਿਆ ਹੋਇਆ ਹੈ, ਹੰਕਾਰਿਆ ਹੋਇਆ ਹੈ। ਮਾਇਆ ਮਦ ਮਾਤਾ ਬੋਲ ਨਾ ਜਾਣੈ, ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ। ਮਾਇਆ ਦੇ ਵਿੱਚ ਮਸਤਿਆ ਹੋਇਆ ਤਾਂ ਬੋਲਣਾ ਵੀ ਨਹੀਂ ਜਾਣਦਾ ਬਾਣੀ ਨੂੰ, ਪੜ੍ਹਨਾ ਵੀ ਨਹੀਂ ਜਾਣਦਾ ਨਾਮ ਨੂੰ, ਅਤੇ ਹੰਕਾਰ ਦੇ ਵਿੱਚ ਉਹ ਬਹੁਤ ਉਲਟੇ ਸਿੱਧੇ ਬਚਨ ਕਰਦਾ ਹੈ। ਇਸ ਲਈ ਵਾਹਿਗੁਰੂ ਜੀ ਦੇਖੇ ਕਿਵੇਂ ਹੋਛੀ ਬਾਤਾ ਖੁਸ਼ੀਆਂ ਵਿਕਾਰੀ ਗੱਲਾਂ ਕਰ ਰਹੇ ਆ। ਜਿੱਥੇ ਬੈਠਦੇ ਆ ਕਦੀ ਪੁੱਛਿਆ ਵੀ, ਇਹੀ ਪੁੱਛਦੇ ਕੀ ਹਾਲ ਹੈ, ਤਨਖਾਹ ਕਿੰਨੀ ਹੈ, ਪੈਸੇ ਕਿੰਨੇ ਕੁ ਬਣਦੇ ਨੇ, ਕਿੰਨਾ ਕੁ ਲਾਭ ਹੁੰਦਾ ਹੈ। ਕਦੀ ਨਹੀਂ ਪੁੱਛਿਆ ਕਿ ਨਿਤਨੇਮ ਕਿੰਨਾ ਹੈ, ਕੁਛ ਵਧੀਆ ਵੀ ਹੈ ਕਿ ਨਹੀਂ ਵਧੀਆ। ਵਾਹਿਗੁਰੂ ਨਾਮ ਦਾ ਸਿਮਰਨ ਅਜੇ ਚੱਲਿਆ ਹੈ, ਅਜੱਪਾ ਜਾਪ ਨਾ ਵੀਸਰ ਕਿ ਨਹੀਂ ਚੱਲਿਆ। ਕਿੰਨੀ ਅਵਸਥਾ ਹੋਈ ਹੈ, ਕਦੀ ਇਹ ਬਚਨ ਨਹੀਂ ਕਰਾਂਗੇ। ਹੋਸ਼ੀ ਬਾਤਾਂ, ਤੁੱਛ ਗੱਲਾਂ ਪੈਸੇ ਦੀਆਂ ਅਤੇ ਜਨਾਨੀ ਬਾਜੀ ਦੀਆਂ, ਮਾਫ ਕਰਨਾ, ਵਿਕਾਰਾਂ ਵਾਲੀਆਂ। ਅਤੇ ਆਹ ਨਿਆਣਿਆਂ ਦਾ ਕੰਮ ਕੀ ਆ, ਅਤੇ ਮੂਵੀਆਂ ਫਿਲਮਾਂ ਇੱਧਰ ਉੱਧਰ ਐਕਟਰਸਾਂ ਦੀਆਂ, ਇਹੋ ਜਿਹੀਆਂ ਗੱਲਾਂ ਦੇ ਵਿੱਚ, ਨਿੰਦਿਆ ਚੁਗਲੀ ਦੇ ਵਿੱਚ ਆਪਾਂ ਸਮਾਂ ਬਰਬਾਦ ਕਰਦੇ ਹਾਂ। ਤਾਈਓ ਤਾਂ ਮਹਾਰਾਜ ਇਹਨਾਂ ਅੱਖਾਂ ਦੇ ਨਾਲ ਦਿਖਦਾ ਨਹੀਂ ਹੈ। ਮਿਲਣ ਨਾ ਜਾਈ ਭਰਮ ਤੜਾ। ਫਿਰ ਦੂਜੀ ਗੱਲ, ਗੁਰਦੁਆਰੇ 'ਚ ਪਾਰਟੀ ਦਾ ਕੰਮ ਕੀ ਹੋਇਆ ਪਤਾ ਭਲਾ? ਜਿੰਨਾ ਚਿਰ ਚੋਣਾਂ ਦਾ ਸਿਸਟਮ ਖਤਮ ਨਹੀਂ ਹੁੰਦਾ, ਉਹਨਾਂ ਚਿਰ ਧਰਮ ਦਾ ਸੁਚੱਜਾ ਪ੍ਰਬੰਧ ਨਹੀਂ ਜੇ ਹੋ ਸਕਦਾ। ਚੋਣਾਂ ਦੇ ਨਾਲ ਸਹੀ ਬੰਦਾ ਅੱਗੇ ਨਹੀਂ ਆਉਂਦਾ ਹੈ। ਧੜੇਬਾਜ਼ੀ ਬਣਾਈ ਹੋਈ ਹੈ, ਆਹ ਤੇਰੀ ਪਾਰਟੀ, ਆਹ ਮੇਰੀ ਪਾਰਟੀ। ਜੇ ਸੇਵਾ ਕਰਨੀ ਹੈ ਤਾਂ ਭਲਾ ਲੜਨ ਦੀ ਕੀ ਲੋੜ ਹੋਈ? ਸੇਵਾ ਵਾਸਤੇ ਬੰਦਾ ਕਿਉਂ ਲੜਦਾ ਹੈ? ਕਾਰਨ ਇਹੀ ਹੈ ਵੀ ਧਿਆਨ ਪੈਸੇ ਵਿੱਚ, ਗੋਲਕਾਂ ਵਿੱਚ, ਚੜ੍ਹਤ ਚੜ੍ਹਾਵੇ ਵਿੱਚ। ਉਹ ਕਹਿੰਦਾ ਮੈਨੂੰ ਮਿਲ ਜਾਏ, ਉਹ ਕਹਿੰਦਾ ਮੈਨੂੰ ਮਿਲ ਜਾਏ, ਨਾਮ ਹੈ ਸੇਵਾ ਦਾ। ਤੋ ਧੜੇਬਾਜ਼ੀ ਦੇ ਵਿੱਚ ਪਏ ਹੋਏ ਹਾਂ, ਵੋਟਾਂ ਦੇ ਚੱਕਰ ਦੇ ਵਿੱਚ ਇੱਕ ਦੂਜੇ ਦੀ ਨਿੰਦਿਆ ਚੁਗਲੀ, ਫਲਾਣਾ ਮਾੜਾ ਅਤੇ ਮੈਂ ਚੰਗਾ, ਇਉਂ ਭਰਮ ਦੇ ਭਰਮਾਏ ਹੋਏ, ਇੱਕ ਦੂਜੇ ਦੇ ਪੱਖ ਵਿੱਚ ਪਏ ਹੋਏ ਆ, ਪਾਰਟੀਬਾਜ਼ੀ 'ਚ ਪਏ ਹੋਏ ਆ। ਇੱਥੋਂ ਤੱਕ ਗ੍ਰੰਥੀ ਸਾਹਿਬਾਨ ਵੀ ਇੱਕ ਦੂਜੇ ਦਾ ਪੱਖ ਕਰਦੇ ਨੇ। ਅਤੇ ਸਾਡੀਆਂ ਨਿਗਾਹ ਦੇ ਵਿੱਚ ਵੀ ਇਹੀ ਹੁੰਦਾ ਵੀ ਆਹ ਫਲਾਣੇ ਦਾ ਬੰਦਾ, ਉਹ ਫਲਾਣੇ ਦਾ ਬੰਦਾ। ਕੋਈ ਨਵੀਂ ਪਾਰਟੀ ਆ ਗਈ, ਉਹ ਕਹਿੰਦੇ ਸਾਰਾ ਸਟਾਫ ਚੇਂਜ ਕਰਨਾ। ਬੰਦਾ ਪੁੱਛੇ ਵਿਚਾਰੇ ਕਿੱਥੇ ਜਾਣਗੇ? ਨਿਆਣੇ ਪੜ੍ਹ ਰਹੇ ਨੇ, 100 ਗੱਲਬਾਤ ਹੈ, ਅਤੇ ਤੁਸੀਂ ਤਾਂ ਚੇਂਜ ਕਰਨਾ ਕਾਹ ਤੋਂ? ਵੀ ਇਹ ਤਾਂ ਦੂਜਿਆਂ ਦੇ ਬੰਦੇ ਨੇ, ਉਹਨਾਂ ਨੇ ਰੱਖੇ ਸੀਗੇ, ਤੋ ਉਹਨਾਂ ਨੂੰ ਵੀ ਰਗੜਾ ਲੱਗ ਜਾਂਦਾ। ਉਹ ਫਿਰ ਬਦੋ ਬਦੀ ਗ੍ਰੰਥੀ ਵੀ ਪਾਰਟੀ 'ਚ ਆ ਜਾਂਦੇ। ਤੋ ਇਸ ਲਈ ਗਿਆਨੀ ਪ੍ਰਤਾਪ ਸਿੰਘ ਜੀ ਮਹਾਂਪੁਰਖ, ਜਿਨ੍ਹਾਂ 40 ਸਾਲ ਲੰਘਿਆਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ, ਉਹਨਾਂ ਦਾ ਜੀਵਨ ਵੱਡੇ ਮਹਾਂਪੁਰਖਾਂ ਦੀ ਸੰਗਤ ਹੋਣ ਕਰਕੇ ਮੈਨੂੰ ਬਹੁਤ ਸੋਹਣਾ ਲੱਗਦਾ। ਉਹਨਾਂ ਦਾ ਇੱਕ ਅਸੂਲ ਸੀਗਾ, ਜਿੰਨੇ ਵੀ ਆਉਣਾ ਬਾਬਾ ਜੀ ਸਾਡੀ ਅਰਦਾਸ ਕਰੋ। ਕਹਿੰਦੇ ਹਾਂਜੀ, ਲਿਆਓ ਰਸਤ ਲਿਆਓ, ਕੜਾ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕਰਦੇ ਆ। ਖੁਦ ਆਪਦੇ ਹੱਥੀਂ ਰਸਤ ਮੰਗਾ ਲੈਣੀ, ਆਪਦੇ ਹੱਥੀਂ ਉਸੇ ਵਕਤ ਹੀ ਪ੍ਰਸ਼ਾਦ ਤਿਆਰ ਕਰਕੇ, ਕੋਈ ਵੀ ਆਇਆ ਉਹਦੀ ਅਰਦਾਸ ਤਾਂ ਕਰ ਦੇਣੀ ਵੀ ਇਹ ਜਿੱਤੇ। ਉਹਨੇ ਕਹਿਣਾ ਮੈਂ ਜਿੱਤਾਂ, ਹਾਂਜੀ ਤੁਸੀਂ ਜਿੱਤੋ ਜੀ। ਜੇ ਕਹਿਣਾ ਬਾਬਾ ਜੀ ਸਾਨੂੰ ਵੋਟ ਪਾਇਓ, ਕਹਿੰਦੇ ਨਹੀਂ ਜੀ, ਹੱਥ ਜੋੜੇ, ਇਹ ਤਾਂ ਪਾਰਟੀ ਹੋ ਜਾਊਗੀ। ਜੇ ਤੁਹਾਨੂੰ ਵੋਟ ਪਾ ਦਿੱਤੀ, ਦੂਜਾ ਕਹੂ ਮੈਨੂੰ ਨਹੀਂ ਪਾਈ। ਤੋ ਇਸ ਲਈ ਜੇ ਗ੍ਰੰਥੀ ਵੋਟਾਂ ਦੇ ਚੱਕਰ 'ਚ ਘੁੰਮ ਗਿਆ, ਫਿਰ ਤਾਂ ਪਾਰਟੀ ਬਣ ਗਈ। ਅਤੇ ਇਸ ਲਈ ਮਹਾਰਾਜ ਸਾਹਿਬ ਕਹਿੰਦੇ ਨੇ ਭਰਮ ਧੜਾ, ਅਸੀਂ ਭੁਲੇਖੇ ਵਿੱਚ ਪਏ ਹੋਏ ਹਾਂ ਕਿ ਕੋਈ ਸਾਡੀ ਮਦਦ ਕਰੇਗਾ ਜਾਂ ਕੋਈ ਸਾਡੀ ਮਦਦ ਕਰ ਰਿਹਾ। ਬੀਬੀ ਰਜਨੀ ਦੇ ਜੀਵਨ ਵੱਲ ਅਸੀਂ ਕਦੀ ਨਹੀਂ ਤੱਕਿਆ ਕਿ ਉਹਨੇ ਸਕੇ ਪਿਓ ਨੂੰ ਜਵਾਬ ਦੇ ਦਿੱਤਾ ਸੀ ਵੀ ਪਿਤਾ ਜੀ ਮੈਨੂੰ ਤਾਂ ਰੱਬ ਦਿੰਦਾ, ਤੈਨੂੰ ਵੀ ਰੱਬ ਦਿੰਦਾ, ਤੂੰ ਮੰਨ ਜਾ, ਤੇਰਾ ਭਲਾ ਹੋ ਜਾਊਗਾ। ਉਹ ਨਹੀਂ ਮੰਨਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧੱਕੇ ਨਾਲ ਮਨਾਇਆ, ਡਰ ਦੇ ਕੇ ਵੀ ਤੈਨੂੰ ਨਰਕਾਂ 'ਚ ਸੁੱਟਾਂਗੇ। ਸਾਡੇ ਮਨ 'ਚ ਭੁਲੇਖਾ ਪਿਆ ਹੋਇਆ ਵੀ ਪਤਾ ਨਹੀਂ ਪਾਰਟੀ ਵਾਲੇ ਸਾਨੂੰ ਖਾਣ ਨੂੰ ਦਿੰਦੇ ਨੇ।
ਜੇ ਅਸੀਂ ਕਿਸੇ ਦੀ ਪਾਰਟੀ 'ਚ ਨਾ ਹੋਈ ਸਾਨੂੰ ਕੋਈ ਖਾਣ ਨੂੰ ਹੀ ਨਾ ਦੇਵੇ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਮਿਲਣ ਨਾ ਜਾਈ, ਹੈ ਤਾਂ ਰੱਬ ਹਾਜ਼ਰ ਨਾਜ਼ਰ ਸਭ ਜਗ੍ਹਾ 'ਤੇ ਹੈ। ਗੁਰੂ ਘਰ ਦੇ ਵਿੱਚ ਤਾਂ ਵਿਸ਼ੇਸ਼ ਉਹਦੀ ਜੋਤ ਬਿਰਾਜਮਾਨ ਹੈ, ਜਿੱਥੇ ਸ਼ਹੀਦਾਂ ਦਾ ਖੂਨ ਡੁੱਲਦਾ, ਗੁਰੂ ਸਾਹਿਬਾਂ ਦੇ ਚਰਨ ਪੈਂਦੇ ਨੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੁਆ, ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੁੱਪ ਰਹਿ ਜਾਂਦੇ, ਤਸਵੀਰ ਬਦਲਦੀ ਕੌਮਾਂ ਦੀ। ਵਿਸ਼ੇਸ਼ ਕਰਕੇ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਵੇ ਉੱਥੇ ਸ਼ਹੀਦ ਹਾਜ਼ਰ ਹੁੰਦੇ ਨੇ। ਜਿੱਥੇ ਗੁਰੂ ਸਾਹਿਬ ਜੋਤੀ ਜੋਤ ਸਮਾਏ ਹੋਣ, ਸੱਚਖੰਡ ਹਜ਼ੂਰ ਸਾਹਿਬ, ਉੱਥੇ ਪ੍ਰਤੱਖ ਹਨ, ਪ੍ਰਗਟ ਨੇ। ਜਿੱਥੇ ਮਹਾਰਾਜ ਦੇ ਚਰਨ ਪਏ ਹੋਣ ਉੱਥੇ ਵਿਸ਼ੇਸ਼ ਸਥਾਨ ਪਵਿੱਤਰ ਹੁੰਦਾ ਹੈ। ਗੁਰੂ ਜੀ ਤਾਂ ਹਾਜ਼ਰ ਨਾਜ਼ਰ ਨੇ। ਮਹਾਂਪੁਰਖ ਵੀ ਜਿੱਥੇ ਚੜ੍ਹਾਈ ਕੀਤੇ ਹੋਣ ਉਹ ਵੀ ਉੱਥੇ ਬਿਰਾਜਮਾਨ ਹੁੰਦੇ ਨੇ। ਸੰਤ ਵੀ ਨਹੀਂ ਕਿਤੇ ਜਾਂਦੇ। ਸੰਸਾਰ ਮੈਂ ਪਾਤਸ਼ਾਹ ਫਰਮਾਉਂਦੇ ਹਨ, ਕਹੋ ਨਾਨਕ ਗੁਰ ਬਿਨ ਨਾਹੀ ਸੂਝੈ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਇਸੇ ਕਰਕੇ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਪ੍ਰਭੂ ਦਾ ਸਰੂਪ ਦਿਖਦਾ ਨਹੀਂ ਹੈ। ਹਰ ਸਾਜਨ ਸਭ ਕੈ ਨਿਕਟ ਖੜਾ। ਪਰ ਉਹ ਹਰੀ ਪਰਮੇਸ਼ਰ ਹੈ ਸਾਰਿਆਂ ਦਾ ਸੱਜਣ, ਤੇ ਸਭਨਾਂ ਦੀ ਅੰਤःਕਰਨ ਦੇ ਵਿੱਚ ਸਾਖੀ ਰੂਪ ਹੋ ਕੇ ਨੇੜੇ ਹੀ ਨੇੜੇ ਖੜਾ ਅਸਥਿਤ ਰੂਪ ਹੋ ਰਿਹਾ ਹੈ। ਗੋਬਿੰਦਾ ਮੇਰੇ ਗੋਬਿੰਦਾ। ਦੀਪਸਾ ਅਲੰਕਾਰ ਅਨੁਸਾਰ ਫਰਮਾਉਂਦੇ ਨੇ, ਹੇ ਮੇਰੇ ਗੋਬਿੰਦਾ ਪਰਮੇਸ਼ਰ, ਹੇ ਮੇਰੇ ਗੋਬਿੰਦਾ ਪਰਮੇਸ਼ਰ। ਸੋ ਹੇ ਵਾਹਿਗੁਰੂ ਜੀ, ਪ੍ਰਾਣ ਆਧਾਰਾ ਮੇਰੇ ਗੋਬਿੰਦਾ। ਹੇ ਮੇਰੇ ਗੋਬਿੰਦਾ ਪਰਮੇਸ਼ਰ, ਤੁਸੀਂ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਹੋ। ਇਸੇ ਪ੍ਰਕਾਰ ਗੋਬਿੰਦਾ ਮੇਰੇ ਗੋਬਿੰਦਾ। ਹੇ ਮੇਰੇ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਗੋਬਿੰਦਾ ਜੀ, ਹੇ ਮੇਰੇ ਗੋਬਿੰਦਾ ਗੁਰਾਂ ਦੀ ਬਾਣੀ ਕਰਕੇ ਜਾਣਨੇ ਯੋਗ। ਪ੍ਰਾਣ ਆਧਾਰਾ ਮੇਰੇ ਗੋਬਿੰਦਾ। ਹੇ ਮੇਰੇ ਮਨ ਆਦਿਕ ਇੰਦਰੀਆਂ ਦੇ ਪ੍ਰਕਾਸ਼ਕ ਸਾਥੀ ਸਾਖੀ ਚੇਤਨ ਪਰਮੇਸ਼ਰ ਜੀ, ਤੁਸੀਂ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਹੋ ਜੀ। ਕਿਰਪਾਲਾ ਮੇਰੇ ਕਿਰਪਾਲਾ। ਹੇ ਮੇਰੇ ਕਿਰਪਾਲਾ ਦਿਆਲੂ, ਹੇ ਮੇਰੇ ਕਿਰਪਾ ਦੇ ਘਰ, ਹੇ ਮੇਰੇ ਕਿਰਪਾਲੂ ਪਰਮੇਸ਼ਰ। ਦਾਨ ਦਾਤਾਰਾ ਮੇਰੇ ਕਿਰਪਾਲਾ। ਹੇ ਦਾਨ ਦੇਣ ਵਾਲੇ ਦਾਤਾ ਜੀ, ਹੇ ਮੇਰੇ ਕਿਰਪਾ ਦੇ ਘਰ ਪਰਮੇਸ਼ਰ ਜੀ, ਤੂੰ ਮੇਰੇ ਤੇ ਤਿੰਨਾਂ ਕਾਲਾਂ ਵਿੱਚ ਕਿਰਪਾਲੂ ਹੈ। ਅਤੇ ਹੇ ਮੇਰੇ ਤੇ ਕਿਰਪਾ ਕਰਨ ਵਾਲੇ ਪਰਮੇਸ਼ਰ, ਤੂੰ ਤਿੰਨਾਂ ਕਾਲਾਂ ਵਿੱਚ ਦਾਨ ਦਾ ਦਾਤਾ ਹੈ। ਇਸੇ ਪ੍ਰਕਾਰ ਕਿਰਪਾਲਾ ਮੇਰੇ ਕਿਰਪਾਲਾ। ਹੇ ਮੇਰੇ ਕਿਰਪਾਲੂ ਪਰਮੇਸ਼ਰ ਜੀ, ਕਿਰਪਾਲਾ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਬ੍ਰਹਮਾ, ਪਾਲਣਾ ਕਰਨ ਵਾਲੇ ਵਿਸ਼ਨੂੰ ਤੇ ਲਾ ਲੈਤਾ ਕਰਨ ਵਾਲੇ ਸ਼ਿਵ ਜੀ। ਕਿੱਡੇ ਕਮਾਲ ਦੇ ਅਰਥ ਨੇ, ਮੈਂ ਤਾਂ ਪਹਿਲੀ ਵਾਰ ਪੜ੍ਹ ਰਿਹਾ। ਕਿਰ ਸ੍ਰਿਸ਼ਟੀ ਨੂੰ ਕਿਰ ਕਰਨ ਵਾਲੇ, ਕਿਰ ਦਾ ਅਰਥ ਹੈ ਕਰਨ ਵਾਲੇ, ਬ੍ਰਹਮਾ ਰੂਪ ਹੋ ਕੇ, ਤੇ ਪਾਲਣਾ ਕਰਨ ਵਾਲੇ ਵਿਸ਼ਨੂੰ ਰੂਪ ਹੋ ਕੇ, ਤੇ ਲਾ ਲੈਤਾ ਕਰਨ ਵਾਲੇ ਸ਼ਿਵ ਜੀ ਰੂਪ ਹੋ ਕੇ। ਇਹ ਤਿਆਦਕ ਤੂੰ ਤਿੰਨਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਵੀ ਪੈਦਾ ਕਰਨ ਵਾਲਾ ਹੈ। ਦਾਨ ਦਾਤਾਰਾ ਮੇਰੇ ਕਿਰਪਾਲਾ। ਇਹ ਮੇਰੇ ਕਿਰਪਾ ਦੇ ਆਲਾ ਘਰ ਪਰਮੇਸ਼ਰ ਇਹਨਾਂ ਤਿੰਨਾਂ ਨੂੰ ਪੈਦਾ ਕਰਨ ਵਾਲਾ ਹੈ। ਹੇ ਮੇਰੇ ਕਿਰਪਾ ਦੇ ਘਰ ਪਰਮੇਸ਼ਰ, ਇਹਨਾਂ ਤਿੰਨਾਂ ਨੂੰ ਸ਼ਕਤੀਆਂ ਦਾ ਦਾਨ ਦੇਣ ਵਾਲਾ ਦਾਤਾ ਹੈ। ਦਾਨ ਦਾਤਾਰਾ ਪਰਪਾਰਾ। ਹੇ ਪਰਮੇਸ਼ਰ, ਤੂੰ ਸਾਰਿਆਂ ਨੂੰ ਦਾਨ ਦੇਣ ਵਾਲਾ ਦਾਤਾ ਰੂਪ ਹੈ। ਪ੍ਰਕਿਰਤੀ ਅਪਰ ਉਹ ਹੈ ਤੇ ਤੂੰ ਅਪਾਰਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ ਜਾਂ ਬੇਅੰਤ ਹੈ।
ਤੇ ਚਾਰ ਖਾਣੀਆਂ ਦੇ। ਘਟ ਘਟ ਅੰਤਰ ਸੋਹਣਿਆ। ਘਟਾਂ ਘਟਾਂ ਦੇ ਵਿੱਚ ਸਾਰਿਆਂ ਦੀ ਅੰਤःਕਰਨ ਦੇ ਅੰਦਰ ਸ਼ੋਭਨੀਕ ਹੋ ਰਿਹਾ ਹੈ। ਭਾਵ ਸਾਰੇ ਤੇਰੀ ਚੇਤਨ ਸੱਤਾ ਤੋਂ ਬਗੈਰ ਮੁਰਦਾ ਹੀ ਹਨ। ਦਾਸੀ ਧਾਰੀ ਸਬਲ ਬਸਾਰੀ। ਇਹ ਪਰਮੇਸ਼ਰ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਲੋਕਾਂ ਨੇ ਤਾਂ ਟੰਮਣੇ ਤੇ ਚਾੜੀ ਹੋਈ, ਸਿਰ ਤੇ ਚਾੜੀ ਹੋਈ ਆ, ਧੂਪ ਦਿਖਾਉਂਦੇ, ਆਰਤੀ ਕਰਦੇ, ਪੂਜਾ ਕਰਦੇ, ਪਿਓ ਨੂੰ ਮੰਨਣਾ ਤੇ ਮਾਂ ਗਾਉਂਦੇ ਨੇ ਜੈ ਮਾਤਾ ਜੈ ਮਾਤਾ। ਬੰਦਾ ਪੁੱਛੇ ਵੀ ਪਿਓ ਨੂੰ ਕਿਉਂ ਨਹੀਂ ਮੰਨਦੇ ਭਾਈ? ਪਿਓ ਦੀ ਪੂਜਾ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਵਿਸ਼ੇਸ਼ ਕਰਨੀ ਚਾਹੀਦੀ ਹੈ ਸਾਨੂੰ। ਤੋ ਮਾਂ ਦੀ ਸੋਭਾ ਪਿਤਾ ਕਰਕੇ ਹੀ ਹੈ। ਮਾਂ ਦਾ ਅਰਥ ਹੈ ਮਾਂ ਮਾਇਆ, ਮਤਲਬ ਮਾਇਆ ਦੀ ਤਾਂ ਪੂਜਾ ਕਰਨੀ, ਮਾਇਆ ਨੂੰ ਤਾਂ ਮੰਨਣਾ। ਅਕਾਲ ਪੁਰਖ ਜਿਹਨੇ ਪੈਦਾ ਕੀਤੀ ਹੈ ਉਹਦਾ ਨਾਂ ਹੀ ਕੋਈ ਨਹੀਂ, ਜਿਹਨੇ ਦਿੱਤੀ ਬਖਸ਼ੀ ਹੋਈ ਹੈ। ਤੋ ਇਸ ਵਾਸਤੇ ਪੂਜਾ ਅਕਾਲ ਕੀ ਪਰਚਾ ਸ਼ਬਦ ਆ। ਪੂਜਾ ਜੇ ਕਰਨੀ ਹੈ ਤਾਂ ਮਹਾਰਾਜ ਕਹਿੰਦੇ ਅਕਾਲ ਦੀ ਕਰਨੀ ਚਾਹੀਦੀ ਹੈ। ਜਾਗਦੇ ਜੋਤ ਜਪੈ ਨਿਸਬਾਸੁਰ, ਤੇ ਜਾਗਦ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾਨ। ਇੱਕ ਵਾਹਿਗੁਰੂ ਹੈ, ਉਹਦੀ ਤੋਂ ਦੂਜੀ ਮਾਇਆ ਹੈ। ਤੋ ਇਸ ਲਈ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਦਾਸੀ ਹੈ। ਜਿਹੜੀ ਲక్ష్ਮੀ ਹੈ ਉਹ ਵਿਸ਼ਨੂੰ ਦੇ ਪੈਰਾਂ 'ਚ ਬਹਿੰਦੀ ਹੈ। ਤੋ ਇਸ ਲਈ ਮਹਾਰਾਜ ਦਾ ਜਿਹੜਾ ਫੁਰਨ ਹੈ ਉਹਦਾ ਨਾਮ ਹੀ ਮਾਇਆ ਹੈ। ਅਕਾਲ ਪੁਰਖ ਪ੍ਰਭੂ ਨੇ ਇੱਕ ਮਾਇਆ ਰੂਪੀ ਆਪ ਦੀ ਟਹਿਲਣ, ਆਪ ਦੀ ਜਿਹੜੀ ਦਾਸੀ ਹੈ ਉਹ ਕਲਪ ਤਦਾਤਮਕ ਸੰਬੰਧ ਕਰਕੇ ਆਪਣੇ ਆਸਰੇ ਧਾਰਨ ਕੀਤੀ, ਪੈਦਾ ਕੀਤੀ ਹੋਈ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਮਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਈ ਦੀ ਬਾਣ। ਦਾਸੀ ਦੇ ਪੈਰ ਤਾਂ ਫੜੀ ਜਾਓ ਅਤੇ ਮਾਲਕ ਨੂੰ ਤੁਸੀਂ ਬੁਲਾਓ ਵੀ ਨਾ। ਇਸ ਤਰ੍ਹਾਂ ਤਾਂ ਨਹੀਂ ਹੁੰਦਾ। ਇੱਕ ਹੈ ਸ਼ਰਮ ਕਰ ਗਾਡੀ ਗੱਡ ਹੈ, ਇੱਕ ਹੈ ਸੁਪਨੇ ਦਾਮ ਨਾ ਛੱਡ ਹੈ। ਇੰਨੀ ਪਕੜ ਹੈ ਸਾਡੇ ਮਨ ਵਿੱਚ ਮਾਇਆ ਦੀ। ਕੋਈ ਤਾਂ ਇੱਕ ਐਸਾ ਹੈ ਜੋ ਬੜੀ ਮਿਹਨਤ ਨਾਲ ਕਮਾ ਕੇ ਧਰਤੀ ਵਿੱਚ ਦੱਬ ਰੱਖਦਾ ਹੈ। ਪੁਰਾਣਾ ਸਮਾਂ ਸੀਗਾ, ਧਰਤੀ 'ਚ ਦੱਬਦੇ ਸੀ, ਜਮ੍ਹਾਂ ਕਰਕੇ ਇਹਨੂੰ ਟੋਏ 'ਚ ਦੱਬ ਦਿੰਦੇ, ਮੁੜ ਕੇ ਭੁੱਲ ਜਾਂਦਾ ਸੀਗਾ। ਅਤੇ ਇਸ ਵਾਸਤੇ ਇਸ ਤਰ੍ਹਾਂ ਹੁੰਦਾ ਹੀ ਹੈ। ਇੱਕ ਹੈ ਸੁਪਨੇ ਦਾਮ ਨਾ ਛੱਡ ਹੈ। ਇੱਕ ਕੋਈ ਐਸਾ ਜੋ ਸੁਪਨੇ ਦੇ ਵਿੱਚ ਮਤਲਬ ਕਦੀ ਵੀ ਪੈਸੇ ਨੂੰ ਕਦੀ ਹੱਥੋਂ ਹੀ ਨਹੀਂ ਛੱਡਦਾ। ਕਈ ਤੁਹਾਨੂੰ ਸੁਪਨੇ 'ਚ ਵੀ ਨਹੀਂ ਛੱਡਦੇ। ਰਾਜ ਕਮਾਏ ਕਰੀ ਜਿਨ ਥੈਲੀ। ਜਿਸ ਮਨੁੱਖ ਨੇ ਹਕੂਮਤ ਕਰਕੇ, ਮਤਲਬ ਪੰਚੀ ਸਰਪੰਚੀ ਕਰਕੇ ਗਰਾਂਟਾਂ ਦਾ ਘਪਲਾ ਕੀਤਾ, ਜਾਂ ਮੰਤਰੀ ਪੁਣਾ ਕਰਕੇ ਆਪਦਾ ਹੀ ਪੇਟ ਭਰ ਲਿਆ, ਖਜ਼ਾਨਾ ਜੋੜ ਲਿਆ, ਥੈਲੀ ਬਣਾ ਲਈ, ਜਮ੍ਹਾਂ ਕਰ ਲਈ, ਤਾਂ ਕਿ ਸੰਗ ਨਾ ਚੰਚਲ ਚਲੀਆ। ਇਹ ਕਦੇ ਇੱਕ ਥਾਂ ਟਿਕਣ ਵਾਲੀ ਨਹੀਂ ਹੈ ਮਾਇਆ। ਉਹਦੇ ਨਾਲ ਵੀ ਮਰਨ ਵਕਤ ਨਹੀਂ ਜਾਂਦੀ, ਇੱਕ ਦੇ ਹੀ ਛੱਡ ਕੇ ਜਾਣਾ ਪੈਂਦਾ। ਇੱਕ ਹੈ ਪ੍ਰਾਣ ਪਿੰਡ 'ਤੇ ਪਿਆਰੀ। ਇੱਕ ਇਹਨਾਂ ਨੂੰ ਇਹ ਜਿਹੜੀ ਮਾਇਆ ਜਿੰਦ ਨਾਲੋਂ ਵੀ ਸਰੀਰ ਨਾਲੋਂ ਵਧੇਕ ਪਿਆਰੀ ਲੱਗਦੀ ਹੈ। ਏਕ ਸੰਚੀ, ਇਹ ਕੋਈ ਐਸਾ ਜੋ ਮਾਪਿਆਂ ਦਾ ਸਾਥ ਛੱਡ ਦਿੰਦਾ ਪਰ ਮਾਇਆ ਦਾ ਸਾਥ ਨਹੀਂ ਛੱਡਦਾ। ਜਿਹਨੇ ਜੰਮਿਆ ਪਾਲਿਆ ਉਹਨਾਂ ਨੂੰ ਧੱਕੇ ਮਾਰਦਾ ਅਤੇ ਮਾਇਆ ਨੂੰ ਹੜੱਪ ਜਾਂਦਾ, ਇਕੱਠੀ ਕਰਦਾ। ਤਜ ਬਾਪ ਮੈਂ ਤਾਰੀ, ਸਗੇ ਬਾਪ ਸਗੀ ਮਾਤਾ ਦਾ ਗਲਾ ਘੁੱਟਣ ਨੂੰ ਪੈਂਦਾ ਹੈ ਵੀ ਇਹਦਾ ਸਭ ਕੁਝ ਹੀ ਮਿਲ ਜਾਏ। ਇੰਨੀ ਕਮਲੀ ਦੁਨੀਆ। ਬੰਦਾ ਪੁੱਛੇ ਵੀ ਤੁਹਾਡਾ ਹੀ ਹੈ, ਜਿਉਂਦੇ ਤਾਂ ਰਹਿਣ ਦਿਓ। ਜਿਨ੍ਹਾਂ ਸਾਰੀ ਉਮਰ ਇੰਨੀਆਂ ਮਿਹਨਤਾਂ ਕੀਤੀਆਂ ਉਹਨਾਂ ਨੂੰ 4 ਦਿਨ ਸੌਖੇ ਤਾਂ ਜ਼ਿੰਦਗੀ ਦੇ ਜੀਅ ਲੈਣ ਦਿਓ ਭਾਈ। ਅੱਜ ਹੀ ਤੁਹਾਨੂੰ ਸਭ ਕੁਛ ਹੈ ਤਾਂ ਤੁਹਾਡਾ ਹੀ, ਇਹਨਾਂ ਕਿੱਥੇ ਲੈ ਜਾਣਾ? ਪਰ ਨਹੀਂ ਲੋਕ ਸਮਝਦੇ। ਆਪਦੇ ਮਾਂ ਪਿਓ ਨੂੰ ਛੱਡ ਕੇ ਮਾਇਆ ਨੂੰ ਇਕੱਠਾ ਕਰਦੇ ਨੇ। ਤੋ ਜਿੰਨਾ ਵਿਆਹਿਆ ਵਰਿਆ ਘਰ ਬਾਹਰ ਦਿੱਤਾ ਅਤੇ ਉਹਦੇ ਨਾਲ ਮੋਹ ਪਾ ਲਿਆ, ਮਾਂ ਪਿਓ ਵੱਲ ਪਿੱਠ ਘੁਮਾ ਲਈ। ਸੁੱਤ ਮੀਤ ਭਰਾਤ ਅਤੇ ਗੋਹ ਜੀ, ਪੁੱਤਰਾਂ ਤੋਂ, ਮਿੱਤਰਾਂ ਤੋਂ, ਸਗੇ ਭਰਾਵਾਂ ਤੋਂ ਬੰਦਾ ਲੁਕਾ ਕੇ ਰੱਖਦਾ ਤਾਂ ਕਿ ਨਿਕਟ ਨਾ ਹੋਈ ਖਲੀ ਆ। ਪਰ ਐਡੀ ਮਤਲਬ ਹੀ ਹੈ ਕਿ ਉਹਨਾਂ ਦੇ ਕੋਲ ਵੀ ਨਹੀਂ ਖਲੋਂਦੇ ਜਿਹੜੇ ਪੂਜਾ ਕਰਦੇ ਨੇ, ਜਿਹੜੇ ਸਾਂਭ ਸਭ ਰੱਖਦੇ। ਹੋਏ ਅਦੂਤ ਬੈਠੇ ਲਈ ਤਾਰੀ,
ਅਦੂਤ ਮਹਾਂਪੁਰਖ ਵੀ ਜਿਹੜੇ ਸਮਾਧੀ ਲਾ ਕੇ ਵੀ ਬੈਠਦੇ। ਜੋਗੀ ਜਤੀ ਪੰਡਤ ਵਿਚਾਰੀ, ਜੋਗੀ ਜਤੀ ਪੰਡਤ ਵਿਚਾਰਮਾਨ, ਗਿਰੇ ਮੜੀ ਮਸਾਣੀ ਬਨ ਮੈਂ ਬਸਤੇ। ਘਰਾਂ 'ਚ ਰਹਿਣ ਵਾਲੇ ਤਾਂ ਭਲਾ ਆਪਾਂ ਸਾਰੇ ਹੀ ਆ, ਸਾਨੂੰ ਤਾਂ ਪਤਾ ਹੀ ਆ ਵੀ ਕਿੰਨੀ ਕੁ ਪਕੜ ਹੈ ਸਾਨੂੰ। ਜਿਹੜੇ ਜੰਗਲਾਂ 'ਚ ਵੀ ਰਹਿਣ ਵਾਲੇ, ਮੜੀਆਂ ਮਸਾਣਾਂ ਦੇ ਵਿੱਚ ਬਾਹਰ ਵੀ ਵਿਚਰਨ ਵਾਲੇ ਲੋਕ ਨੇ। ਊਠ ਤਨਾ ਕੇ ਲਾਗੀ ਪਲੀਆ, ਭੱਜ ਕੇ ਉਹਨਾਂ ਦੇ ਵੀ ਗਲ ਪੈ ਜਾਂਦੇ। ਬਦੋ ਬਦੀ ਉਹਨਾਂ ਨੂੰ ਪਹਿਲਾਂ ਸੁੱਟਦੀ ਹੈ, ਗ੍ਰਸਤੀ ਨੂੰ ਬਾਅਦ ਵਿੱਚ ਸੁੱਟਦੀ ਹੈ। ਜਿਹੜਾ ਸਾਧ ਹੈ, ਸਾਧ ਨੂੰ ਪਹਿਲਾਂ ਹੀ ਸੁੱਟ ਲੈਂਦੀ ਹੈ ਵੀ ਇਹਨੂੰ ਕਾਬੂ ਕਰਾਂ। ਤੋ ਕਾਟੇ ਬੰਧਨ ਠਾਕੁਰ ਜਾ ਕੇ, ਹਰ ਹਰ ਨਾਮ ਬਸਿਓ ਜੀ ਤਾਕੇ। ਠਾਕੁਰ ਮਾਲਕ ਨੇ ਇੱਕ ਜੜ ਮਾਇਆ ਕੈਸ਼ਮਣੀ, ਇੱਕ ਚੇਤਨ ਮਾਇਆ ਜੋ ਸਾਡੇ ਘਰ 'ਚ ਟਰੈਕਟਰ ਖੜਾ, ਤੇ ਜਾਂ ਜ਼ਮੀਨ ਜਾਇਦਾਦ, ਇਹ ਜੜ ਮਾਇਆ। ਚੇਤਨ ਮਾਇਆ ਧੀਆਂ ਪੁੱਤਰ ਇਸਤਰੀ ਬਾਗ ਪਰਿਵਾਰ। ਇਉਂ ਉਹਨਾਂ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਸਦਾ ਲਈ ਅਟਕਿਆ, ਜਿਨ੍ਹਾਂ 'ਤੇ ਮਹਾਰਾਜ ਨੇ ਕਿਰਪਾ ਕੀਤੀ। ਇਹਦੇ ਬੰਧਨਾਂ ਤੋਂ, ਮੋਹ ਮਾਇਆ ਦੇ ਬੰਧਨਾਂ ਤੋਂ ਮਹਾਰਾਜ ਨੇ ਸੋ ਬੰਧਨ ਕੱਟ ਕੇ ਹਰ ਹਰ ਨਾਮ ਬਸਿਓ ਜੀ ਤਾਕੇ, ਆਪ ਦਾ ਨਾਮ ਬਖਸ਼ ਕੇ ਨਾਮ ਵਸਾ ਦਿੱਤਾ, ਜਾਂ ਸੰਗਤ ਵਿੱਚ ਆ ਕੇ ਉਹਨਾਂ ਨੂੰ ਮੇਲ ਦਿੱਤਾ। ਸਾਧ ਸੰਗ ਭਏ ਜਨ ਮੁਕਤੇ, ਗਤ ਪਾਈ ਨਾਨਕ ਨਦਰ ਨੇ ਹਲੀਆ। ਸਾਧ ਸੰਗਤ ਪਾ ਕੇ ਉਹ ਮੁਕਤ ਹੋ ਗਏ, ਅਤੇ ਮਹਾਰਾਜ ਦੇ ਨਿਗਾਹ ਦੇ ਨਾਲ ਸਾਧ ਸੰਗਤ ਜੀ ਉਹ ਚੰਗੇ ਬਣ ਗਏ। ਮੈਂ ਮਹਾਂਪੁਰਖਾਂ ਦੀ ਸੰਗਤ ਦੇ ਵਿੱਚੋਂ ਇਹ ਮਹਿਸੂਸ ਕੀਤਾ ਸੀ ਕਿ ਬਾਬਾ ਠਾਕੁਰ ਸਿੰਘ ਸਾਹਿਬ ਖਾਲਸਾ ਪਿੰਡਾਂ ਵਾਲੇ ਕੋਈ ਵੀ ਸਾਨੂੰ ਮਿਲਦਾ ਹੈ, ਜ਼ਰੂਰੀ ਨਹੀਂ ਵੀ ਉਹ ਸਾਨੂੰ ਸਿੱਖਿਆ ਦੇਵੇ, ਉਹਦੇ ਮੱਥੇ ਲੱਗਣ ਤੋਂ ਹੀ ਦੁਨੀਆ ਗੱਲ ਮੰਨਦੀ ਹੈ। ਮੈਂ ਕਈਆਂ ਤੋਂ ਸੁਣਿਆ ਵੀ ਅੱਜ ਪਤਾ ਨਹੀਂ ਕਿਹੜਾ ਮੱਥੇ ਲੱਗਾ, ਅੱਜ ਕੰਮ ਹੀ ਨਹੀਂ ਕੋਈ ਬਣਿਆ। ਮਤਲਬ ਇਹ ਅਸੀਂ ਲੌਜਿਕ ਮੰਨਦੇ ਹਾਂ ਕਿ ਮੱਥੇ ਲੱਗਣ ਤੋਂ ਸਾਡੇ 'ਤੇ ਪ੍ਰਭਾਵ ਪੈਂਦਾ ਹੈ। ਬੋਲਣ ਦੇ ਨਾਲ ਘੱਟ ਪੈਂਦਾ, ਮੱਥੇ ਲੱਗਣ ਤੋਂ ਜ਼ਿਆਦਾ ਪੈਂਦਾ। ਮਹਾਂਪੁਰਖਾਂ ਦਾ ਚਿਹਰਾ ਇਹੋ ਜਿਹਾ ਸੀਗਾ, ਜਦੋਂ ਹੀ ਬੰਦਾ ਉਹਨਾਂ ਦੇ ਮੱਥੇ ਲੱਗਦਾ ਅਤੇ ਉਹਨੂੰ ਦੀਨ ਦੁਨੀਆ ਦਾ ਚੇਤਾ ਭੁੱਲ ਜਾਂਦਾ। ਅਤੇ ਉਹਨਾਂ ਇੰਨਾ ਜ਼ੋਰ ਲਾਉਣਾ ਵੀ ਮਾਇਆ ਲੈ ਲਓ, ਪੈਸੇ ਲੈ ਲਓ, ਪਦਾਰਥ ਲੈ ਲਓ, ਸਭਨਾਂ ਨੂੰ ਖੁੱਲ੍ਹਾ ਬਖਸ਼ ਦੇ। ਅਤੇ ਪਰ ਫਿਰ ਵੀ ਜਿਹੜਾ ਉਹਨਾਂ ਦੀ ਸੰਗਤ ਵਿੱਚ ਰਹਿੰਦਾ, ਉਹਨਾਂ ਦੀ ਆਗਿਆ ਵਿੱਚ ਰਹਿੰਦਾ, ਉਹਦਾ ਮਨ ਸਭ ਪਦਾਰਥਾਂ ਤੋਂ, ਮੋਹ ਮਾਇਆ ਤੋਂ ਨਿਰਲੇਪ ਹੋ ਜਾਂਦਾ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਐਸਾ ਹੀ ਜੀਵਨ ਹੰਸਾਲੀ ਵਾਲੇ ਬਾਬਾ ਜੀ ਦਾ ਮੈਂ ਤੱਕਿਆ। ਬੋਝੀਆਂ ਭਰੀਆਂ ਰਹਿੰਦੀਆਂ ਸਨ, ਪਰ ਉਹਨਾਂ ਦਾ ਖੁਦ ਆਪ ਦਾ ਮਨ ਟਿਕਿਆ ਹੋਇਆ ਸੀਗਾ। ਅਤੇ ਵੇਖੋ ਇੱਕ ਨੇਵੀ ਦੇ ਆਫਿਸਰ ਨੂੰ ਆਪਣੇ ਵੱਲ ਖਿੱਚ ਕੇ ਅਤੇ ਕਹਿੰਦੇ ਸ਼ਾਦੀ ਵੀ ਨਹੀਂ ਕਰਾਈ, ਸਾਰੀ ਉਮਰ ਹੀ ਸੇਵਾ ਦੇ ਵਿੱਚ ਲਾਤੀ। ਗਿਆਨੀ ਪਰਮਜੀਤ ਸਿੰਘ ਜੀ ਮਹਾਂਪੁਰਖ ਹੰਸਾਲੀ ਸਾਹਿਬ ਵਾਲੇ, ਜੋ ਉਹਨਾਂ ਦੀ ਗੱਦੀ ਦੇ ਜਾਨਸ਼ੀਨ ਬਣੇ। ਡਾਕਟਰ ਇੰਦਰਜੀਤ ਕੌਰ ਪਟਿਆਲੇ, ਉਹਨਾਂ ਦਾ ਨਰਸਿੰਗ ਹੋਮ ਚੱਲ ਰਿਹਾ ਹੈ, ਹੌਸਪੀਟਲ, ਬੜੇ ਸੋਹਣੇ ਡਾਕਟਰ ਨੇ। ਪਰ ਭਗਤ ਪੂਰਨ ਸਿੰਘ ਜੀ ਦੀ ਜ਼ਿੰਦਗੀ, ਉਹਨਾਂ ਦੇ ਦਰਸ਼ਨ ਵੇਖ ਕੇ, ਉਹਨਾਂ ਦੇ ਸੰਪਰਕ 'ਚ ਆ ਕੇ ਉਹਨਾਂ ਵੀ ਆਪ ਦੀ ਜ਼ਿੰਦਗੀ ਗਰੀਬਾਂ ਦੇ, ਯਤੀਮਾਂ ਦੇ ਭਲੇ ਵਾਸਤੇ ਲਾ ਦਿੱਤੀ। ਤੋ ਬੰਦੇ ਦੇ ਬੋਲਣ ਤੋਂ ਜ਼ਰੂਰੀ ਨਹੀਂ ਅਸਰ ਹੋਵੇ, ਉਹਦੇ ਦਰਸ਼ਨਾਂ ਦਾ ਹੀ ਪ੍ਰਭਾਵ ਹੁੰਦਾ ਹੈ। ਤੁਸੀਂ ਆਪ ਦਾ ਜੀਵਨ ਬਣਾਓ, ਤੁਹਾਡੇ ਬੱਚੇ ਤੁਹਾਡੇ ਵੱਲ ਵੇਖ ਕੇ ਆਪਣੇ ਆਪ ਹੀ ਚੰਗੇ ਬਣਨ। ਤੋ ਇਸ ਲਈ ਮਹਾਰਾਜ ਫਰਮਾਉਂਦੇ ਹਨ, ਇੱਕ ਦਾਸੀ ਦਾਨ ਦਾਤਾਰਾ ਪਰਪਾਰਾ। ਹੇ ਪਰਮੇਸ਼ਰ, ਤੂੰ ਸਾਰਿਆਂ ਨੂੰ ਦਾਨ ਦੇਣ ਵਾਲਾ ਹੈ, ਅਪਾਰ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਪਰ ਅਸੀਂ ਤੈਨੂੰ ਭੁੱਲੇ ਬੈਠੇ ਹਾਂ। ਘਾਟ ਘਾਟ ਅੰਤਰ ਸੋਹਣਿਆ, ਸਾਰਿਆਂ ਦੇ ਅੰਤःਕਰਨ ਵਿੱਚ ਸ਼ੋਭਨੀਕ ਹੋ ਰਿਹਾ ਹੈ। ਦਾਸੀ ਧਾਰੀ, ਪਰ ਅਸੀਂ ਤੇਰੀ ਝਾੜੂ ਫੇਰਨ ਵਾਲੀ ਦਾਸੀ ਦੇ ਮਗਰ ਤਾਂ ਪਏ ਹੋਏ ਆ ਵੀ ਬੀਬੀ ਉਰਾਂ ਸਾਡੀ ਗੱਲ ਸੁਣ, ਸਾਡੇ ਘਰ ਵੀ ਆ, ਅਤੇ ਸਾਡੇ ਵੀ ਲਹਿਰਾਂ ਬਹਿਰਾਂ ਹੋਣ। ਮਤਲਬ ਜਿਹੜੀ ਮਾਇਆ ਦਾਸੀ ਝਾੜੂ ਫੇਰਦੀ ਹੈ, ਪਾਵਨ ਲਹਿਣਾ ਜੀ ਨੇ ਝਾੜੂ ਫੇਰਦੀ ਵੇਖੀ ਸੀਗੀ? ਤੁਸੀਂ ਦੱਸੋ, ਇਤਿਹਾਸ ਹੈ। ਜਵਾਲਾਮੁਖੀ ਦੇਵੀ ਆਖਿਆ, ਬੀਬੀ ਕੌਣ ਹੈ ਤੂੰ? ਕਹਿਣ ਲੱਗੀ ਵੀ ਮੈਂ ਵਰ ਦੇਣ ਵਾਲੀ ਦੇਵੀ ਹਾਂ, ਤੁਸੀਂ ਮੇਰੀ ਯਾਤਰਾ 'ਤੇ ਨਹੀਂ ਚੱਲੇ? ਹੇ ਮਾਤਾ, ਤੂੰ ਇੱਥੇ ਕਿਵੇਂ? ਕਹਿੰਦੇ ਝਾੜੂ ਫੇਰ ਕੇ ਤਾਂ ਮੈਂ ਸਭ ਕੁਛ ਲਿਜਾ ਕੇ ਤੁਹਾਨੂੰ ਵਰਤਾਉਂਦੀ ਹਾਂ।
ਕਮਾਈ ਤਾਂ ਪਿਓ ਦੀ ਹੋਈ ਹੈ ਜਿਹੜੀ ਮਾਂ ਸਾਨੂੰ ਪਕਾ ਪਕਾ ਦਿੰਦੀ ਹੈ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਫਿਰ ਆਪਾਂ ਤਾਂ ਪਿਓ ਦੇ ਹੀ ਚਰਨੀ ਪਾਵਾਂਗੇ, ਜਿਹੜਾ ਦੇਣ ਵਾਲਾ, ਕਿਉਂ ਨਾ ਸਿੱਧੇ ਹੀ ਆਪਾਂ ਇਹਨਾਂ ਕੋਲ ਮੰਗ ਲਈਏ। ਤੋ ਇਸ ਲਈ ਆਪਾਂ ਮਾਇਆ ਰੂਪੀ ਟਹਿਲਣ ਦੇ ਮਗਰ ਪਏ ਹੋਏ ਹਾਂ। ਸਬਲ ਪਸਾਰੀ ਸੋ ਜੋ ਵਾਹਿਗੁਰੂ ਨੇ ਆਪਦੇ ਆਸਰੇ ਬਣਾਈ ਪੈਦਾ ਕੀਤੀ ਹੈ ਅਤੇ ਮਾਇਆ ਸਬਲ ਹੋ ਕੇ ਸਾਰੀ ਸ੍ਰਿਸ਼ਟੀ ਪਸਾਰਨਾ ਕੀਤੀ ਹੈ। ਜਾਂ ਤੂੰ ਸੰਸਾਰ ਦੇ ਪਸਾਰੇ ਵਿੱਚ ਸਹਿਤ ਬਲ ਦੇ ਇੱਕ ਮਾਇਆ ਰੂਪੀ ਦਾਸੀ ਧਾਰਨ ਕੀਤੀ ਹੈ ਵਾਹਿਗੁਰੂ ਜੀ। ਜੀ ਜੰਤ ਲੈ ਮੋਹਨਿਆ ਸਾਡੇ ਵੱਸ ਦੀ ਕੋਈ ਬਾਤ ਨਹੀਂ ਹੈ ਜਿੰਨਾ ਚਿਰ ਮਹਾਰਾਜ ਸੰਗਤ ਨਾ ਬਖਸ਼ੇ, ਆਪਦੀ ਕਿਰਪਾ ਨਾ ਕਰੇ, ਉਹਨਾਂ ਚਿਰ ਵੱਡੇ ਤੋਂ ਵੱਡੇ ਬ੍ਰਹਮਾ ਵਰਗੇ ਵੀ ਜੀਵ ਤੇ ਜੰਤ ਸੂਖਮ ਜੰਤ, ਛੋਟੀ ਜਿਹੀ ਕੀੜੀ ਵੇਖੋ ਪਤਾ ਨਹੀਂ ਕਿਹੜੇ ਕੰਮ 'ਚ ਪਈ ਹੋਈ ਆ, ਓਡੀ ਆਪ ਨਹੀਂ ਜਿੱਡਾ ਉਹਨੇ ਸਮਾਨ ਧੋਇਆ ਹੋਊਗਾ। ਲੈਣਾ ਲਾਈਆਂ ਹੋਣਗੀਆਂ, ਪਤਾ ਨਹੀਂ ਕਿੱਧਰ ਲੈ ਕੇ ਜਾਂਦੀਆਂ ਨੇ, ਕਿੰਨਾ ਕੁ ਜਮਾ, ਕਿੰਨਾ ਕੁ ਖਾਣਾ ਉਹਨਾਂ ਨੇ, ਢਿੱਡ ਪਤਾ ਨਹੀਂ ਹੈ ਵੀ ਆ ਕਿ ਨਹੀਂ ਹੈ। ਉਹ ਵੀ ਵੇਖੋ ਮਾਇਆ ਦੇ ਵਿੱਚ ਪਈ ਹੋਈ ਹੈ। ਬ੍ਰਹਮਾ ਤੋਂ ਲੈ ਕੇ ਮੱਛਰ ਤੱਕ ਉਹ ਵੀ ਤੁਹਾਡਾ ਖੂਨ ਪੀਊਗਾ। ਛੋਟੇ ਵੱਡੇ ਜੀਆਂ ਜਨਤਾ ਨੂੰ ਇਸ ਮਾਇਆ ਨੇ ਮੋਹ ਲੈਣਾ ਕੀਤਾ ਹੈ। ਜਿਸਨੂੰ ਰਾਖੈ ਸੋ ਸੱਚ ਭਾਖੈ। ਹੇ ਪਰਮੇਸ਼ਰ, ਜਿਸ ਗੁਰਮੁਖ ਜਨ ਨੂੰ ਤੂੰ ਮਾਇਆ ਦੇ ਮੋਹ ਤੋਂ ਬਚਾ ਕੇ ਰੱਖਦਾ, ਉਹ ਸੱਚੇ ਨਾਮ ਨੂੰ ਉਚਾਰਨ ਕਰਨ ਲੱਗ ਜਾਂਦਾ ਹੈ। ਗੁਰ ਕਾ ਸ਼ਬਦ ਵਿਚਾਰਾ ਪਰ ਉਸੇ ਨੇ ਹੀ ਸਤਿਗੁਰਾਂ ਦਾ ਉਪਦੇਸ਼ ਵਿਚਾਰਨਾ ਕੀਤਾ ਹੈ। ਇਸੇ ਪ੍ਰਕਾਰ ਜਿਸਨੂੰ ਰਾਖੈ ਸੋ ਸੱਚ ਭਾਖੈ। ਜਿਸ ਨੂੰ ਤੂੰ ਮਾਇਆ ਤੋਂ ਬਚਾ ਕੇ ਰੱਖਣਾ ਚਾਹੁੰਦਾ, ਗੁਰਾਂ ਦਾ ਜਿਹੜਾ ਸ਼ਬਦ ਹੈ। ਗੁਰ ਕਾ ਸ਼ਬਦ ਵਿਚਾਰਾ ਨਾਲੇ ਤਾਂ ਸ਼ਬਦ ਹੀ ਵਿਚਾਰ ਕਰਦਾ ਤੇ ਨਾਲ ਨਾਲ ਸਤਨਾਮ ਸ੍ਰੀ ਵਾਹਿਗੁਰੂ 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 ਸੱਚੇ ਨਾਮ ਦਾ ਉਚਾਰਨ ਕਰਦਾ ਹੈ। ਕਹੋ ਨਾਨਕ ਜੋ ਪ੍ਰਭ ਕਉ ਭਾਣਾ। ਇਹ ਸਾਰੀ ਗੱਲਬਾਤ ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਸਾਡੇ ਨਾਲ ਕਰ ਰਹੇ ਨੇ। ਐਵੇਂ ਆਪਾਂ ਭੁਲੇਖੇ 'ਚ ਨਾ ਰਹੀਏ। ਅਤੇ ਆਪਾਂ ਤਾਂ ਇੱਕ ਹਾਜ਼ਰੀ ਦੇ ਰਹੇ ਹਾਂ, ਮਤਲਬ ਸਰੀਰ ਹਾਜ਼ਰ ਹੈ, ਜਿਹੜੀ ਵਿਚਾਰ ਹੈ ਉਹ ਗੁਰਮਤਿ ਦੀ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਆਪ ਸਾਨੂੰ ਵਿਚਾਰ ਬ੍ਰਹਮ ਦੀ ਸੁਣਾ ਰਹੇ ਹਨ। ਕਹੋ ਨਾਨਕ, ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜੋ ਪਰਮੇਸ਼ਰ ਨੂੰ ਭਾ ਗਿਆ ਜਾਂ ਜੋ ਵਾਹਿਗੁਰੂ ਦਾ ਹੁਕਮ ਮੰਨਦਾ ਹੈ, ਤਿਸ ਹੀ ਕਾ ਪ੍ਰਭ ਪਿਆਰਾ। ਉਸੇ ਨੂੰ ਹੀ ਪਰਮੇਸ਼ਰ ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ। ਮਾਣੋ ਪ੍ਰਭ ਮਾਣੋ। ਹੁਣ ਇਹ ਗੱਲ ਤਾਂ ਸਿੱਧ ਹੋ ਗਈ ਵੀ ਰੱਬ ਸਾਡੇ ਨਜ਼ਦੀਕ ਹੈ, ਸਾਡੇ ਕੋਲ ਬੈਠਾ ਹੋਇਆ, ਹਾਜ਼ਰ ਨਾਜ਼ਰ। ਅਤੇ ਗੁਰਦੁਆਰੇ ਹੁਣ ਆਉਣਾ ਤਾਂ ਸਾਨੂੰ ਹੀ ਪਊਗਾ। ਗੁਰਦੁਆਰੇ ਹਰ ਕੀਰਤਨ ਸੁਣੀ ਹੈ, ਸਤਿਗੁਰ ਭੇਟ ਹਰ ਜਸ ਮੁਖ ਬਣੀ ਹੈ। ਤੋ ਇਸ ਲਈ ਇਹ ਮੇਰੇ ਭਰਾਓ, ਤੁਸੀਂ ਗੁਰੂ ਘਰ ਆਓ ਅਤੇ ਮਾਣੋ, ਮਹਾਰਾਜ ਦੀ ਪ੍ਰਾਪਤੀ ਦਾ ਆਨੰਦ ਮਾਣੋ ਭਾਈ। ਅਤੇ ਜੇ ਤੁਹਾਡਾ ਮਨ ਟਿਕ ਗਿਆ, ਗੁਰਦੁਆਰੇ ਦੀ ਸਿੱਖਿਆ ਤੁਹਾਡੇ ਮਨ 'ਚ ਪ੍ਰਵੇਸ਼ ਕਰ ਗਈ ਹੈ, ਫਿਰ ਘਰ ਬੈਠਿਆਂ ਵੀ ਮਾਣੋ। ਘਰਾਂ ਤੋਂ ਤਾਂ ਆਈਦਾ ਵੀ ਸਾਡਾ ਮਨ ਟਿਕਦਾ ਨਹੀਂ ਘਰ ਦੇ ਵਿੱਚ। ਕਈਆਂ ਨੇ ਘਰਾਂ ਨੂੰ ਵੀ ਗੁਰਦੁਆਰਾ ਬਣਾ ਲਿਆ ਅਤੇ ਉਹਨਾਂ ਦੇ ਵੱਡੇ ਭਾਗ ਨੇ। ਸਾਡੇ ਵਰਗਿਆਂ ਨੇ ਗੁਰਦੁਆਰੇ ਨੂੰ ਆਪਦਾ ਘਰ ਬਣਾ ਲਿਆ, ਮਤਲਬ ਧਿਆਨ ਮਹਾਰਾਜ ਦੇ ਚਰਨਾਂ 'ਚ ਜੋੜਿਆ ਹੀ ਨਹੀਂ। ਕਈਆਂ ਨੇ ਪੂਜਾ ਪਾਠ ਵਾਲਾ ਘਰ 'ਚ ਹੀ ਕਮਰਾ ਬਣਾ ਕੇ ਆਪਦਾ ਧਿਆਨ ਜੋੜ ਲਿਆ। ਇਉਂ ਹਿਰਦਾ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਓ। ਗੱਲ ਤਾਂ ਮਨ ਦੀ ਇਕਾਗਰਤਾ ਦੀ ਹੈ। ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਮਾਣੋ। ਜਿੱਥੇ ਤੁਹਾਡਾ ਚਿੱਤ ਟਿਕਦਾ ਉੱਥੇ ਟਿਕਾਓ। ਮੇਰੇ ਪ੍ਰਭੂ ਦੀ ਪ੍ਰਾਪਤੀ ਦਾ ਆਨੰਦ ਭੋਗਣਾ ਕਰੋ ਗੁਰਮੁਖੋ। ਮੇਰੇ ਪ੍ਰਭ ਕਾ ਮਾਣੋ। ਮੇਰੇ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਮਾਣੋ ਗੁਰਮੁਖੋ। ਇਸੇ ਪ੍ਰਕਾਰ ਮਾਣੋ ਪ੍ਰਭ ਮਾਣੋ। ਹੇ ਭਾਈ, ਮੰਨਣੇ ਯੋਗ ਮੇਰੇ ਪ੍ਰਭੂ ਦਾ ਆਨੰਦ ਮੰਨਣੇ ਯੋਗ ਹੈ। ਮੇਰੇ ਪ੍ਰਭ ਕਾ ਮਾਣੋ। ਇਸ ਲਈ ਮਨ ਤਨ ਬਾਣੀ ਕਰਕੇ ਮੇਰੇ ਪ੍ਰਭੂ ਦਾ ਆਨੰਦ ਮਾਣੋ। ਇਸੇ ਤਰ੍ਹਾਂ ਮਾਣੋ ਪ੍ਰਭ ਮਾਣੋ। ਮੇਰੇ ਪ੍ਰਭੂ ਦਾ ਆਨੰਦ ਬਾਣੀ ਕਰਕੇ ਮੰਨਣਾ ਕਰੋ। ਮੇਰੇ ਪ੍ਰਭ ਕਾ ਮਾਣੋ। ਸਰੀਰ ਕਰਕੇ ਵੀ ਮੰਨਣਾ ਕਰੋ ਤੇ ਮੇਰੇ ਪ੍ਰਭੂ ਦਾ ਆਨੰਦ ਮਨ ਕਰਕੇ ਵੀ ਮੰਨਣਾ ਕਰੋ।
ਇਸੇ ਤਰ੍ਹਾਂ ਮਾਣੋ ਪ੍ਰਭ ਮਾਣੋ ਸਾਰਿਆਂ ਨੂੰ ਮਾਣੋ ਮਾਣ ਦੇਣ ਵਾਲੇ ਮੇਰੇ ਪ੍ਰਭੂ ਦੇ ਨਾਮ ਦਾ ਮੰਨਣ ਕਰੋ। ਮੇਰੇ ਪ੍ਰਭ ਕਾ ਮਾਣੋ ਫਿਰ ਤੁਹਾਨੂੰ ਮੇਰੇ ਪ੍ਰਭੂ ਦਾ ਬ੍ਰਹਮ ਗਿਆਨ ਰੂਪੀ ਮਾਣ ਦਿੱਤਾ ਪ੍ਰਾਪਤ ਹੋਵੇਗਾ। ਫਿਰ ਤੁਸੀਂ ਬ੍ਰਹਮਾਨੰਦ ਦੇ ਰਸਤਾ ਹੀ ਮੰਨਣਾ ਕਰੋਗੇ। ਇਸੇ ਤਰ੍ਹਾਂ ਮਾਣੋ ਪ੍ਰਭ ਮਾਣੋ ਸਾਰਿਆਂ ਰਾਜਾਂ ਦੇ ਮਾਣ ਯੋਗ ਸਾਧਨਾ ਬ੍ਰਹਮ ਲੋਕ ਸਵਰਗ ਲੋਕ ਆਦਿਕਾਂ ਦੇ ਮਾਣ ਨਾਲੋਂ ਮੇਰੇ ਪ੍ਰਭ ਕਾ ਮਾਣੋ ਮੇਰੇ ਸਮਰੱਥ ਪਰਮੇਸ਼ਰ ਦੀ ਭਗਤੀ ਦਾ ਮਾਣ ਹੀ ਸ਼੍ਰੋਮਣੀ ਮਾਣ ਸਤਕਾਰ ਹੈ। ਜਾਣੋ ਪ੍ਰਭ ਜਾਣੋ ਇਸ ਲਈ ਗੁਰੂ ਜੀ ਦਾ ਵੱਧ ਤੋਂ ਵੱਧ ਸਤਕਾਰ ਕਰੋ। ਹੇ ਭਾਈ ਪ੍ਰਭੂ ਨੂੰ ਜਾਣਨਾ ਕਰੋ, ਪਰਮੇਸ਼ਰ ਨੂੰ ਜਾਣਨਾ ਕਰੋ। ਸੁਆਮੀ ਸੁਗੜ ਸੁਜਾਣੋ ਕਿ ਉਹ ਗਿਆਨ ਸਰੂਪ ਹੈ। ਜਾਣਨੇ ਜੋ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਗਿਆਨ ਦੇ ਤਾਂ ਹੀ ਜਾਣਨਾ ਕਰੋ। ਜੋ ਸੁਆਮੀ ਮਾਲਕ ਪਰਮਾਤਮਾ ਸ੍ਰੇਸ਼ਟ ਘਾੜਤਾ ਨੂੰ ਘੜਨ ਵਾਲਾ ਤੇ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਪ੍ਰਭ ਮੇਰਾ ਅੰਤਰਜਾਮੀ ਜਾਣੀ ਜਾਣ ਹੈ। ਸੁਗੜ ਸੁਜਾਨਾ ਸਦ ਪ੍ਰਧਾਨਾ ਉਹ ਸ੍ਰੇਸ਼ਟ ਘਾੜਤਾ ਨੂੰ ਘੜਨ ਵਾਲਾ ਤੇ ਸਾਰਿਆਂ ਵਿਹਾਰਾਂ ਦੇ ਚਲਾਉਣ ਨੂੰ ਚਤੁਰ ਹੈ। ਅੰਮ੍ਰਿਤ ਹਰ ਕਾ ਨਾਮਾ ਤੇ ਆਪਾਂ ਤਾਂ ਫਜ਼ੂਲ ਦੇ ਪ੍ਰਧਾਨਗੀ 'ਚ ਪਏ ਹੋਏ ਆ। ਸਦ ਪ੍ਰਧਾਨਾ ਸਦਾ ਪ੍ਰਧਾਨ ਤਾਂ ਵਾਹਿਗੁਰੂ ਹੀ ਹੈ, ਜੋ ਪੰਜੇ ਜੜ ਤੱਤਾਂ 'ਚ ਆਪ ਹੀ ਚੇਤਨ ਪ੍ਰਧਾਨ ਮੁਖੀ ਹੈ। ਤੇ ਜੇ ਉਹ ਸਾਡੇ 'ਚ ਪ੍ਰਧਾਨ ਨਾ ਹੋਵੇ ਤੇ ਆਪਾਂ ਜਿਉਂਦੇ ਨਾ ਰਹਿ ਸਕੀਏ। ਪੰਜਾਂ ਤੱਤਾਂ ਦਾ ਸਰੀਰ ਬਣਾ ਕੇ ਆਪ ਦਾ ਚੇਤਨ ਉਹਨੇ ਪ੍ਰਧਾਨ ਬਣਾਇਆ ਹੋਇਆ। ਉਹ ਹਰੀ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪ ਹੈ, ਮ੍ਰਿਤੂ ਤੋਂ ਰਹਿਤ ਕਰਨੇ ਵਾਲਾ ਹੈ। ਚਾਖਾ ਗਾਣੇ ਸਾਰਗ ਪਾਣੇ ਜਿਨ੍ਹਾਂ ਪੁਰਖਾਂ ਦੇ ਜਿਨ ਕੈ ਭਾਗ ਮਥਾਨਾ ਮੱਥੇ ਦੇ ਸ਼੍ਰੋਮਣੀ ਕਰਮ ਲਿਖੇ ਹੋਏ ਹਨ। ਉਹ ਪੁਰਖ ਤਨੁਖਧਾਰੀ ਪਰਮੇਸ਼ਰ ਦੇ ਨਾਮ ਰਸ ਨੂੰ ਚੱਖ ਕੇ ਧਾਰਨ ਕਰਕੇ ਲੋਕ ਪਰਲੋਕ ਦੇ ਪਦਾਰਥਾਂ ਦੀ ਇੱਛਾ ਵੱਲੋਂ ਰੱਜ ਗਏ ਹਨ। ਤਿਨ ਹੀ ਪਾਇਆ ਤਿਨ ਹੈ ਤੇ ਆਇਆ ਉਹਨਾਂ ਪੁਰਖਾਂ ਨੇ ਗੁਰੂ ਸਾਹਿਬ ਤੋਂ ਉਪਦੇਸ਼ ਪਾਇਆ ਤੇ ਉਹਨਾਂ ਪੁਰਖਾਂ ਨੇ ਪਾ ਕੇ ਸਰਵਣ ਮੰਨਣ ਕਰਕੇ ਧਿਆਇਆ ਕਮਾਇਆ ਹੈ। ਸਗਲ ਤਿਸੈ ਕਾ ਮਾਣੋ ਸਾਰਾ ਆਨੰਦ ਉਸੇ ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਜਿੰਨਾ ਮਾਣ ਸਤਿਕਾਰ ਤੁਸੀਂ ਵੇਖਦੇ ਹੋ ਇਹ ਸਾਰਾ ਵਾਹਿਗੁਰੂ ਦਾ ਦਿੱਤਾ। ਉਸੇ ਵਾਹਿਗੁਰੂ ਦਾ ਮੰਨਣ ਕਰਕੇ ਹੀ ਜੀਵਨ ਮੁਕਤੀ ਬਦੇ ਮੁਕਤੀ ਆਦਿਕ ਦੇ ਸਾਰੇ ਲਾਭ ਪ੍ਰਾਪਤ ਹੁੰਦੇ ਹਨ। ਕਹੋ ਨਾਨਕ ਥਿਰ ਤਖਤ ਨਿਵਾਸੀ ਆ ਜਿੰਨੇ ਵੀ ਮੰਤਰੀਆਂ ਸ਼ੰਤਰੀਆਂ ਦੇ ਤਖਤ ਨੇ ਸਭ ਚਲਾਏ ਮਾਨ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਅਸਥਿਤ ਤਖਤ ਹੈ ਉਹ ਹੈ ਅਕਾਲ ਤਖਤ ਸਾਹਿਬ, ਕੇਸਗੜ੍ਹ ਸਾਹਿਬ, ਹਜੂਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਥਾਨ। ਇਹ ਬ੍ਰਹਮ ਸਰੂਪ ਰੂਪੀ ਤਖਤ ਦੇ ਵਿੱਚ ਵਾਸਾ ਕਰਾਉਣ ਵਾਲਾ ਹੈ। ਸੱਚ ਤਿਸੈ ਦੀ ਬਾਣੋ ਜਿੰਨੀਆਂ ਕੋਟ ਕਚਹਿਰੀਆਂ ਲਾਲ ਕਿਲ੍ਹਾ ਵੇਖੋ ਉਹਦੇ ਕਬੂਤਰ ਬੋਲਦੇ ਨੇ, ਕੁਝ ਵੀ ਨਹੀਂ ਉੱਥੇ। ਤੇ ਕਿਸੇ ਮੌਕੇ ਮਹਾਰਾਜ ਨਵੇਂ ਪਾਤਸ਼ਾਹ ਦੇ ਵਿਰੁੱਧ ਉੱਥੇ ਉਹ ਵੇਖੋ ਹੁਕਮ ਜਾਰੀ ਕੀਤਾ ਸੀਗਾ ਕਿ ਗੁਰੂ ਮਹਾਰਾਜ ਜੀ ਦਾ ਪਾਵਨ ਸੀਸ ਤੁਹਾਡੇ ਨਾਲੋਂ ਜੁਦਾ ਕੀਤਾ ਜਾਏ। ਉੱਥੇ ਕੱਖ ਵੀ ਨਹੀਂ, ਉਹਦੇ ਸਾਹਮਣੇ ਵੇਖੋ ਕੀਰਤਨ ਹੋ ਰਿਹਾ। ਜਿੱਥੇ ਅੱਜ ਕੱਲ੍ਹ ਅਸੈਂਬਲੀ ਬਹਿੰਦੀ ਹੈ ਰਹਿਣੀ ਉਹ ਵੀ ਨਹੀਂ। ਜਿਹੜਾ ਸੰਗਤ ਰੂਪੀ ਦਰਬਾਰ ਜੇ ਉਹ ਸੱਚਾ ਧੁਰ ਤੋਂ ਹੀ ਚੱਲਦਾ ਆ ਰਿਹਾ। ਹਰਿਮੰਦਰ ਸਾਹਿਬ ਵੇਖੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਸੰਗਤ ਦਰਬਾਰ ਇਹ ਸੱਚਾ ਆਸਰਾ ਹੈ। ਮੰਗਲਾ ਹਰ ਮੰਗਲਾ ਵਿਆਹਾਂ ਸ਼ਾਦੀਆਂ ਦੇ ਮੰਗਲਚਾਰ ਹਮੇਸ਼ਾ ਰਹਿਣ ਵਾਲੇ ਨਹੀਂ। ਆਹ ਜਿਹੜੇ ਖੁਸ਼ੀਆਂ ਦੇ ਗੀਤ ਗੁਰਬਾਣੀ ਤੁਸੀਂ ਸੁਣਦੇ ਹੋ ਤੇ ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਮੰਗਲਾਚਾਰ ਕੀਰਤਨ ਨੂੰ ਹਮੇਸ਼ਾ ਗਾਉਣਾ ਕਰੋ। ਇਹਦੇ ਨਾਲ ਹਮੇਸ਼ਾ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਮੇਰੇ ਪ੍ਰਭ ਕੈ ਸੁਣਿਐ ਮੰਗਲਾ ਜੇ ਗਾਉਣਾ ਨਹੀਂ ਆਉਂਦਾ ਤਾਂ ਬੈਠ ਕੇ ਮੇਰੇ ਪਰਮੇਸ਼ਰ ਦੇ ਮੰਗਲਾਚਾਰ ਜਸ ਰੂਪ ਬਾਣੀ ਨੂੰ ਸੰਗਤ 'ਚ ਮਿਲ ਕੇ ਸੁਣਨਾ ਕਰੋ ਭਾਈ। ਪ੍ਰਭੂ ਜੀ ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਮੰਗਲਾ ਹਰ ਮੰਗਲਾ ਆਨੰਦਾਂ ਵਿੱਚੋਂ ਆਨੰਦ ਦੇਣ ਵਾਲੇ ਨੇ।
ਇਸ ਲਈ ਪ੍ਰਭ ਮੇਰੇ ਪ੍ਰਭ ਕੈ ਸੁਣੀਐ ਮੰਗਲਾ। ਮੇਰੇ ਪਰਮੇਸ਼ਰ ਦੇ ਜਸ ਨੂੰ ਸੰਗਤ ਵਿੱਚੋਂ ਸੁਣਨਾ ਕਰੋ। ਮਨ ਕਰਕੇ ਜਸ ਨੂੰ ਗਾਓ, ਬਾਣੀ ਕਰਕੇ ਪਰਮੇਸ਼ਰ ਦੇ ਜਸ ਨੂੰ ਗਾਓ, ਸਰੀਰ ਕਰਕੇ ਵੀ ਸੰਗਤ 'ਚ ਜਾ ਕੇ ਹਾਜ਼ਰੀ ਲਵਾਓ। ਮੇਰੇ ਪ੍ਰਭੂ ਦੇ ਜਸ ਨੂੰ ਕੰਨਾਂ ਨਾਲ ਵੀ ਸੁਣੋ। ਹਰੇਕ ਜਸਾਂ ਜੋ ਪਰਮੇਸ਼ਰ ਦਾ ਸ੍ਰੇਸ਼ਟ ਜਸ, ਉਹ ਜਸ ਨੂੰ ਸੁਣੋ ਧਿਆਨ ਦੇ ਨਾਲ। ਮਨ ਕਰਕੇ ਮੇਰੇ ਪ੍ਰਭੂ ਦਾ ਮੰਗਲ ਚਾਰ ਗਾਓ, ਬਾਣੀ ਕਰਕੇ ਗਾਓ, ਸਰੀਰ ਦੇ ਰੋਮ ਰੋਮ ਕਰਕੇ ਪ੍ਰਭੂ ਦੇ ਮੰਗਲਾਚਾਰ ਜਿਹੜੇ ਰਚੇ ਨੇ ਉਹਨਾਂ ਦੀ ਸੰਗਤ 'ਚ ਮਿਲ ਕੇ ਮੇਰੇ ਪ੍ਰਭੂ ਦੇ ਮੰਗਲਾਚਾਰ ਨੂੰ ਗਾਓ ਭਾਈ। ਸੋਹਿਲੜਾ ਪ੍ਰਭ ਸੋਹਿਲੜਾ। ਸਾਰਿਆਂ ਆਨੰਦਾਂ ਵਿੱਚੋਂ ਜਿਹੜਾ ਪਰਮੇਸ਼ਰ ਪ੍ਰਾਪਤੀ ਦਾ ਆਨੰਦ ਹੈ, ਆਨੰਦ ਧੁਨੀਐ ਸੋਹਿਲੜਾ। ਉਹ ਇੱਕ ਰਸ ਨਾਮ ਦੀ ਧੁਨ ਉਚਾਰਨ ਕਰੀਏ। ਜੇ ਜਸ ਗਾਉਣਾ ਹੈ ਤਾਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਉਣਾ ਕਰੋ। ਉਸ ਵਾਹਿਗੁਰੂ ਦੇ ਜਸ ਗਾਉਣ ਕਰਕੇ ਇੱਕ ਰਸ ਨਾਮ ਦੀ ਧੁਨੀ ਹਿਰਦੇ ਵਿੱਚ ਪ੍ਰਗਟ ਹੁੰਦੀ ਹੈ। ਜਿਹੜੇ ਰਾਜੇ ਮਹਾਰਾਜਿਆਂ ਦੇ ਸੋਹਲੇ ਗਾਉਂਦੇ ਹਨ, ਕੋਈ ਅਮੀਰਾਂ ਦੇ ਸੋਹਲੇ ਗਾਉਂਦਾ, ਪਰ ਇਹਨਾਂ ਸਾਰੀਆਂ ਜੱਸਾਂ 'ਚੋਂ ਮੇਰੇ ਪ੍ਰਭੂ ਦਾ ਜਸ ਇਹੋ ਜਿਹਾ ਜਿਸ ਜਸ ਕਰਕੇ ਨਾਮ ਦੀ ਧੁਨੀ ਹਿਰਦੇ 'ਚ ਪ੍ਰਗਟ ਹੋ ਜਾਂਦੀ ਹੈ ਅਤੇ ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਕਿਸੇ ਸਰੀਰ ਦੇ ਸੋਹਿਲੇ ਨਾ ਗਾਓ, ਝੂਠੇ ਪੁਰਸ਼ ਦੇ ਸੋਹਿਲੇ ਨਾ ਗਾਓ। ਮਰਾਸੀਆਂ ਵਾਲਾ ਸੁਭਾਅ ਨਹੀਂ ਹੋਣਾ ਚਾਹੀਦਾ। ਆਪਦੇ ਮਤਲਬ ਲਈ ਕਿਸੇ ਦੀ ਝੋਲੀ ਚੁੱਕੀ ਜਾਣੀ। ਜਸ ਗਾਉਣਾ, ਮਰਦਾਨੇ ਨੂੰ ਆਖਿਆ ਸੀ ਮਰਦਾਨਿਆਂ ਕੀਰਤਨ ਗਾਉਣਾ ਹੈ, ਅਤੇ ਤੁਰ ਦਰਗਾਹ ਤੋਂ ਆਈ ਬਾਣੀ ਦਾ ਕੀਰਤਨ ਗਾਉਣਾ ਹੈ। ਤੋ ਇਹੀ ਗੱਲ ਉਹਨੇ ਪੱਲੇ ਬੰਨ੍ਹ ਲਈ। ਤੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਲਈ ਅਨਹਦ ਵਾਜੇ ਸ਼ਬਦ ਅਗਾਜੇ। ਜਿਸ ਵਕਤ ਆਪਾਂ ਸੋਹਿਲਾ ਗਾਵਾਂਗੇ, ਇਹੋ ਸੋਹਿਲਾ ਸਾਚਾ ਘਰ ਗਾਵੋ ਸੰਗਤ ਦੇ ਸੱਚੇ ਘਰ 'ਚ, ਤਾਂ ਇੱਕ ਰਸ ਨਾਮ ਦੇ ਵਾਜੇ ਵੱਜਦੇ ਹਨ। ਨਿਤ ਨਿਤ ਜਿਸੈ ਵਧਾਈ। ਉਸ ਵਕਤ ਹਿਰਦੇ ਵਿੱਚ ਬ੍ਰਹਮ ਪ੍ਰਗਟ ਹੋ ਜਾਂਦਾ ਤੇ ਨਿਤਾ ਪ੍ਰਤੀ ਜਿਸ ਦੇ ਪ੍ਰਗਟ ਹੋਣ ਦੀ ਵਧਾਈ ਮਿਲਦੀ ਹੈ। ਬ੍ਰਹਮ ਗਿਆਨੀ ਨੂੰ ਪ੍ਰਭੂ ਪ੍ਰਾਪਤੀ ਦੀ ਵਧਾਈ ਮਿਲਦੀ ਹੈ। ਬ੍ਰਹਮ ਵੇਤੇ ਨਿਤਾ ਪ੍ਰਤੀ ਵਧਾਈਆਂ ਗਾਉਂਦੇ ਹਨ। ਜੋ ਮਨ ਵੱਜੀਆਂ ਵਧਾਈਆਂ ਆਨੰਦ ਸਾਹਿਬ ਦਾ ਕੀਰਤਨ ਗਾਉਣਾ ਸੁਣਨਾ ਹੈ। ਸੋ ਪ੍ਰਭ ਧਿਆਈਐ ਸਭ ਕਿਛ ਪਾਈਐ। ਸੋ ਉਸ ਪਰਮੇਸ਼ਰ ਨੂੰ ਚਿੱਤ ਦੀ ਬਿਰਤੀ ਲਾ ਕੇ ਸਦਾ ਹੀ ਧਿਆਈਏ ਤਾਂ ਧਰਮ ਅਰਥ ਕਾਮ ਹੋ ਖਾਦਕ ਸਭ ਕੁਛ ਪਾਈਦਾ ਹੈ। ਮਰੈ ਨ ਆਵੈ ਜਾਈ। ਕਿਉਂਕਿ ਜਿਸ ਸਰੀਰ ਨੂੰ ਅਸੀਂ ਸਲਾਉਂਦੇ ਹਾਂ, ਐਕਸੀਡੈਂਟ ਤੋਂ ਬਾਅਦ ਉਹ ਬਦਸੂਰਤ ਹੋ ਜਾਂਦਾ ਜਾਂ ਮਰ ਜਾਂਦਾ। ਜਿਹੜਾ ਪਰਮਾਤਮਾ ਕਦੇ ਮਰਦਾ ਨਹੀਂ, ਕਦੀ ਜੰਮਦਾ ਨਹੀਂ, ਆਉਂਦਾ ਜਾਂਦਾ ਨਹੀਂ ਜੂਨਾਂ 'ਚ, ਉਹਦਾ ਧਿਆਉਣਾ ਚਾਹੀਦਾ, ਉਹਦੀ ਸਲੋਤਾ ਕਰਨੀ ਚਾਹੀਦੀ ਹੈ। ਜੋ ਪਰਮੇਸ਼ਰ ਕਦੇ ਮਰਦਾ ਨਹੀਂ, ਉਹਦੀ ਸ਼ਰਨ 'ਚ ਪੈਣ ਵਾਲਾ ਪੁਰਖ ਜੂਨਾਂ ਦੀ ਆਉਣ ਜਾਣ 'ਚ ਨਹੀਂ ਬਹਿੰਦਾ, ਮੁਕਤ ਹੋ ਜਾਂਦਾ। ਚੂਕੀ ਪਿਆਸਾ ਪੂਰਨ ਆਸਾ। ਉਸ ਦੀ ਪਰਮੇਸ਼ਰ ਪ੍ਰਾਪਤੀ ਦੀ ਇੱਛਾ ਪੂਰੀ ਹੋਈ ਹੈ ਤੇ ਰਸਾਂ ਕਸਾਂ ਤ੍ਰਿਸ਼ਨਾ ਦੀ ਪਿਆਸ ਚੁੱਕੀ ਦੂਰ ਹੋ ਗਈ ਹੈ। ਗੁਰਮੁਖ ਮਿਲ ਨਿਰਗੁਣੀਐ। ਜਿਹੜਾ ਗੁਰਮੁਖ ਜਨ ਗੁਰਾਂ ਦੁਆਰਾ ਨਿਰਗੁਣ ਸਰੂਪ 'ਚ ਮਿਲਿਆ ਹੈ, ਇਸੇ ਤਰ੍ਹਾਂ ਚੂਕੀ ਪਿਆਸਾ ਪੂਰਨ ਆਸਾ। ਉਹਦੀ ਰਸਾਂ ਕਸਾਂ ਦੀ ਤ੍ਰਿਸ਼ਨਾ ਰੂਪ ਪਿਆਸਾ ਚੁੱਕੀ ਗਈ ਔਰ ਉਹਨਾਂ ਨੂੰ ਪਰਮੇਸ਼ਰ ਪ੍ਰਾਪਤ ਕਰਕੇ ਸਾਰੀ ਆਸ ਉਮੀਦ ਉਹਨਾਂ ਦੀ ਇੱਛਾ ਵੀ ਪੂਰੀ ਹੋ ਗਈ। ਗੁਰਮੁਖ ਮਿਲ ਨਿਰਗੁਣੀਐ। ਜਿਨ੍ਹਾਂ ਗੁਰਮੁਖ ਜਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਹੈ, ਉਹ ਗੁਰਮੁਖ ਜਨ ਤਿੰਨਾਂ ਗੁਣਾਂ ਤੋਂ ਅਤੀਤ ਪਰਮੇਸ਼ਰ ਨਾਲ ਮਿਲ ਜਾਂਦੇ। ਜਾਂ ਜਿਹੜੇ ਗੁਰਮੁਖਾਂ ਦੀ ਸੰਗਤ ਕਰਨ ਵਾਲੇ, ਉਹ ਨਿਰਗੁਣਿਆਰੇ ਜੀਵ ਵੀ ਰੱਬ ਨਾਲ ਮਿਲ ਜਾਂਦੇ ਨੇ ਅਤੇ ਕੁਛ ਕਰਨਾ ਵੀ ਨਹੀਂ ਪੈਂਦਾ। ਸਾਧ ਕੈ ਸੰਗ ਨਾਹੀ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਭੱਜ ਭੁੱਜ ਕੇ ਇੱਕ ਵਾਰ ਜਹਾਜ਼ 'ਚ ਬਹਿ ਜਾਓ ਸਹੀ, ਅਤੇ ਮੁੜ ਕੇ ਨਹੀਂ ਕੁਛ ਕਰਨਾ, ਸੀਟ ਸੁੱਟ ਕੇ ਭਾਵੇਂ ਸੌਂ ਹੀ ਜਾਓ, ਉਹਨੇ ਆਪਣੇ ਆਪ ਹੀ ਤੁਹਾਨੂੰ ਉੱਡ ਕੇ ਆਪਦੀ ਮੰਜ਼ਿਲ 'ਤੇ ਪਹੁੰਚਾ ਦੇਣਾ। ਸਿਰਫ ਸੰਗਤ 'ਚ ਬਹਿਣਾ ਹੀ ਔਖਾ ਹੈ। ਕਹੋ ਨਾਨਕ ਘਰ ਪ੍ਰਭ ਮੇਰੇ ਕਾ। ਮਹਾਰਾਜ ਗੁਰੂ ਅਰਜਨ ਸਾਹਿਬ ਸ਼ਬਦ ਦੀ ਸੰਪੂਰਨਤਾ ਕਰਦੇ ਕਹਿੰਦੇ ਨੇ ਕਿ ਇਹ ਮੇਰੇ ਪਰਮਾਤਮਾ ਦਾ ਘਰ ਜੇ,
ਜਿੱਥੇ ਤੁਹਾਨੂੰ ਸੀਟ ਮਿਲੀ ਹੋਈ ਹੈ। ਨਿਤ ਨਿਤ ਮੰਗਲ ਸੁਣੀਐ। ਲੋਕ 500 ਰੁਪਈਆ ਖਰਚ ਕੇ ਦੇ ਸਿਨੇਮੇ ਹਾਲ 'ਚ ਜਾਂਦੇ ਨੇ ਤੇ ਕੱਖ ਵੀ ਨਹੀਂ ਮਿਲਦਾ, ਤੇ ਹੁੰਦਾ ਉਹ ਤਮਾਸ਼ਾ ਜਿਹਾ ਹੀ ਹੈ, ਝੂਠ ਮੂਠ। ਇੱਥੇ ਸੱਚ ਦੀ ਕਥਾ ਹੈ, ਸੱਚੇ ਪ੍ਰਭੂ ਦੇ ਮੰਗਲ ਨੇ, ਤੇ ਫ੍ਰੀ ਦੀ ਟਿਕਟ ਹੈ, ਕੁਛ ਵੀ ਮੁੱਲ ਨਹੀਂ ਲੱਗਦਾ। ਸਿਰਫ ਤੁਹਾਡਾ ਸਮਾਂ ਚਾਹੀਦਾ, ਤੁਹਾਡੇ ਸਰੀਰ ਦੀ ਹਾਜ਼ਰੀ ਚਾਹੀਦੀ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਵੀ ਨਤਾ ਪ੍ਰਤੀ ਉਹਦੇ ਜਸ ਨੂੰ ਰੱਬ ਦੇ ਘਰ ਵਿੱਚ ਸੁਣੀਦਾ ਹੈ। ਆਓ ਬੈਠੋ ਭਾਈ, ਬੈਠ ਕੇ ਸੁਣੋ ਤੇ ਮਹਾਰਾਜ ਨੂੰ ਗਾਓ, ਤੇ ਮਨ 'ਚ ਪਿਆਰ ਜ਼ਰੂਰ ਰੱਖੋ। ਗਾਵੀਏ, ਸੁਣੀਏ, ਮਨ ਰੱਖੀਏ ਭਾਓ, ਤਾਂ ਕੀ ਮਿਲੇਗਾ ਦੁੱਖ ਪਰ ਹਰ ਸੁੱਖ ਘਰ ਲੈ ਜਾਓ। ਤੁਸੀਂ ਆਪਦੇ ਘਰਾਂ 'ਚ ਸੁੱਖ ਲੈ ਜਾਓਗੇ। ਭੁੱਲਾਂ ਚੁੱਕਾ ਖਿਮਾ ਕਰਨੀ ਹੈ ਜੀ, ਅੱਗੇ ਦੋ ਸਮਤ ਬਖਸ਼ਣੀ। ਚੂਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਣੀਐ। ਕਹੋ ਨਾਨਕ ਘਰ ਪ੍ਰਭ ਮੇਰੇ ਕੈ ਨਿਤ ਨਿਤ ਮੰਗਲ ਸੁਣੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।